ਆਮ ਆਦਮੀ ਪਾਰਟੀ ਵਿਚਾਰਧਾਰਕ ਤੌਰ ਤੇ, ਸਿਆਸੀ ਤੌਰ ਤੇ, ਮਾਨਸਿਕ ਤੌਰ ਤੇ, ਇਤਿਹਾਸਕ ਵਿਰਸੇ ਦੇ ਤੌਰ ਤੇ ਪੰਜਾਬ ਦੇ ਬਿਲਕੁਲ ਉਲਟ ਜਾ ਖੜੀ। ਇਹ ਇੱਕ ਸਿੰਬਲ ਆ ਵੀ ਆਮ ਆਦਮੀ ਪਾਰਟੀ ਦਾ ਪੰਜਾਬ 'ਚੋਂ ਭਵਿੱਖ ਖਤਮ। ਸੋ ਇਸ ਕਰਕੇ ਆਮ ਆਦਮੀ ਪਾਰਟੀ ਲੀਹੋਂ ਲੱਥੀ ਪਾਰਟੀ ਆ, ਇਸ ਕਰਕੇ ਇਹਦਾ ਕੋਈ ਭਵਿੱਖ ਨਹੀਂ। ਇਸੇ ਕਰਕੇ ਇਹਨੂੰ ਲੋੜ ਹੀ ਨਹੀਂ ਪਈ। ਜਿੰਨੀ ਮਤਲਬ ਬਿਹਾਰ ਚਤੁਰਾਈਆਂ ਨਾਲ ਇਹਨਾਂ ਨੇ ਪੰਜਾਬ ਨੂੰ ਹੈਂਡਲ ਕਰਨਾ, ਇਹਨਾਂ ਨੇ ਸੋਚਿਆ ਹੋਣਾ ਨਹੀਂ ਜਰਨੈਲ ਸਿੰਘ ਤੋਂ। ਮਨਪ੍ਰੀਤ ਵਰਗਾ ਪਖੰਡੀ ਲੀਡਰ, ਮਨਪ੍ਰੀਤ ਵਰਗਾ ਸੁਡੋ ਲੀਡਰ, ਉਹ ਬੰਦਾ ਲਗਾਤਾਰ ਖਜ਼ਾਨਾ ਮੰਤਰੀ ਬਣਦਾ ਰਿਹਾ। ਸੋ ਇਹ ਘਪਲਿਆਂ ਦੀ ਸਰਕਾਰ ਆ, ਅਲੀ ਬਾਬਾ 40 ਚੋਰਾਂ ਦੀ ਸਰਕਾਰ ਆ। ਤੁਸੀਂ ਰੇਤਾ ਸਸਤਾ ਕਰਤਾ, ਚੰਗੀ ਗੱਲ ਆ, ਪਰ ਮਾਫੀਆ ਤੋਂ ਉਦੋਂ ਟੁੱਟੂ ਨਾ ਜਦੋਂ ਰੇਤੇ ਦੀ ਨੀਤੀ ਬਦਲੋਗੇ। ਮੈਂ ਸਪਸ਼ਟ ਕਹਿਣਾ, ਜਾਂ ਤਾਂ ਬਦਲੋ, ਨਹੀਂ ਬਦਲੇ ਜਾਓਗੇ। ਪੰਜਾਬ ਨੇ ਬਖਸ਼ਣਾ ਨਹੀਂ ਐਤਕੀ ਕਿਸੇ ਨੂੰ। ਚੰਨੀ ਨੂੰ ਸਿੱਧੂ ਦੀ ਮੰਨਣੀ ਚਾਹੀਦੀ ਆ, ਚੰਨੀ ਨੂੰ ਸਿੱਧੂ ਕੋਲੋਂ ਆ ਕੇ ਸਲਾਹ ਲੈਣੀ ਚਾਹੀਦੀ ਆ। ਮੁੱਖ ਮੰਤਰੀ ਆਪ ਇੰਨਾ ਸਮਰਥ ਹੈਗਾ ਕਿ ਉਹ ਫੈਸਲੇ ਆਪਣੇ ਤੌਰ ਦੇ ਉੱਤੇ ਲੈ ਸਕਣ, ਸਿੱਧੂ ਦੇ ਕੋਲ ਹੀ ਕਿਉਂ ਜਾਣਾ ਪਵੇ? ਜਦੋਂ ਫੈਸਲਿਆਂ ਤੋਂ ਤਿਲਕਦਾ ਉਧਰ ਨਹੀਂ ਤੁਰਦਾ, ਸਿਰਫ ਪੁਰਾਣੇ ਰਾਹ ਤੁਰਦਾ, ਫਿਰ ਪਾਰਟੀ ਨੂੰ ਦਖਲਅੰਦਾਜ਼ੀ ਕਰਨੀ ਪਊ ਨਾ ਜੀ। ਜਿੱਥੇ ਉਹਦੇ ਮੁੱਦਿਆਂ ਦੇ ਖਿਲਾਫ ਗੱਲ ਜਾਂਦੀ ਆ, ਉਹਦੀ ਮਜਾਇਲ ਤਾਂ ਉੱਥੇ ਨਿਸ਼ਾਨਾ ਲਾਊ, ਚਾਹੇ ਉਹ ਚੰਨੀ ਹੋਵੇ, ਚਾਹੇ ਕੋਈ ਹੋਰ ਹੋਵੇ। ਪੰਜਾਬ ਦੀ ਰਾਜਨੀਤੀ ਦੇ ਵਿੱਚ ਹਰ ਦਿਨ ਨਵੀਂ ਤਸਵੀਰ ਵੇਖਣ ਨੂੰ ਮਿਲ ਰਹੀ ਹੈ। ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਉਵੇਂ ਸਿਆਸੀ ਸਮੀਕਰਨ ਵੀ ਬਦਲਦੇ ਹੋਏ ਨਜ਼ਰ ਆ ਰਹੇ ਨੇ। ਹਾਲ ਹੀ ਦੇ ਵਿੱਚ ਵਿਧਾਨ ਸਭਾ ਇਜਲਾਸ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਅੰਦਰ ਜੋ ਤਸਵੀਰ ਵੇਖਣ ਨੂੰ ਮਿਲੀ, ਉਸਨੇ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਰਚ ਦਿੱਤਾ ਹੈ। ਜਿਸ ਤਰੀਕੇ ਦੇ ਨਾਲ ਸਦਨ ਦੀ ਕਾਰਵਾਈ ਚੱਲ ਰਹੀ ਸੀ ਔਰ ਕਾਰਵਾਈ ਦੇ ਦੌਰਾਨ ਹੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਉੱਠ ਕੇ ਕਾਂਗਰਸ ਦੇ ਖੇਮੇ ਦੇ ਵਿੱਚ ਆ ਕੇ ਬਹਿ ਜਾਂਦੇ ਨੇ। ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਉਹ ਪ੍ਰਵਾਨ ਕਰਦੇ ਨੇ ਤੇ ਕਹਿੰਦੇ ਨੇ ਕਿ ਆਮ ਆਦਮੀ ਤਾਂ ਇਹੀ ਹੈ, ਸਾਡੇ ਵਾਲੇ ਤਾਂ ਡਰਾਮਾ ਕਰਦੇ ਨੇ। ਤਾਂ ਇਸ ਵੇਲੇ ਸਥਿਤੀਆਂ ਕਿਹੋ ਜਿਹੀਆਂ ਬਣ ਰਹੀਆਂ ਨੇ, ਸਿਆਸਤ ਕਿਹੜੇ ਪਾਸੇ ਨੂੰ ਜਾ ਰਹੀ ਹੈ, ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਾਲਵਿੰਦਰ ਮਾਲੀ ਹੋਣੀ ਇਸ ਵੇਲੇ ਮੌਜੂਦ ਨੇ। ਮਾਲੀ ਸਾਹਿਬ, ਸਵਾਗਤ ਹੈ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ, ਇਹ ਸਿਆਸਤ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ? ਲੰਬਾ ਤਜਰਬਾ ਤੁਹਾਡਾ ਹੋ ਗਿਆ ਹੈ ਸਿਆਸਤ ਨੂੰ ਵੇਖਦਿਆਂ ਹੋਇਆਂ। ਪਹਿਲਾਂ ਕਦੀ ਇਹ ਤਸਵੀਰਾਂ ਵੇਖੀਆਂ ਸੀ ਕਿ ਵਿਧਾਨ ਸਭਾ ਦੇ ਵਿੱਚ ਚਲਦੀ ਕਾਰਵਾਈ ਦੇ ਵਿੱਚ ਹੀ ਇੱਦਾਂ ਪਲਟੀਆਂ ਵਿਧਾਇਕਾਂ ਦੀਆਂ ਵੱਜਦੀਆਂ ਹੋਣ ਤੇ ਆ ਕੇ ਕਹਿੰਦੇ ਹੋਣ ਕਿ ਅਸੀਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਹਾਂ, ਜਾਂ ਕਹਿ ਲਓ ਕਿ ਸਾਨੂੰ ਕਾਂਗਰਸ ਪਸੰਦ ਹੈਗੀ ਹੈ? ਦੇਖੋ ਜੀ, ਅਸਲ 'ਚ ਪੰਜਾਬ ਨਾ ਇੱਕ ਬਹੁਤ ਵੱਡੇ ਗੰਭੀਰ ਸੰਕਟ 'ਚ ਫਸਿਆ ਹੋਇਆ। ਇਸ ਕਰਕੇ ਹੁਣ ਜਿਹੜੀਆਂ ਗੱਲਾਂ ਹੋਣਗੀਆਂ ਨਾ, ਇਹ ਬੜੀਆਂ ਅਲੋਕਾਰੀ ਹੋਣਗੀਆਂ। ਆਮ ਵਾਂਗੂ ਇਹ ਗੱਲਾਂ ਨਹੀਂ ਵਾਪਰਨਗੀਆਂ ਜਿਵੇਂ ਲੋਕ ਦੇਖਦੇ ਆਏ ਹੁੰਦਾ ਸੀ, ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ। ਕਿਉਂਕਿ ਪੁਰਾਣੇ ਲਾਂਘੇ ਫੇਲ ਹੋ ਚੁੱਕੇ ਨੇ। ਪੁਰਾਣੇ ਤਰੀਕਿਆਂ ਨਾਲ ਸਿਆਸਤ ਨੂੰ ਸਮਝਣਾ, ਲਾਗੂ ਕਰਨਾ, ਅੱਗੇ ਵਧਾਉਣਾ ਫੇਲ ਹੋ ਚੁੱਕਿਆ। ਵੱਡੀ ਗੱਲ, ਕਿਸਾਨ ਅੰਦੋਲਨ ਨੇ ਇੱਕ ਇਹੋ ਜਿਹਾ ਮਾਹੌਲ ਸਿਰਜਤਾ, ਇੱਕ ਇਹੋ ਜਿਹਾ ਪ੍ਰਵਚਨ ਸਾਹਮਣੇ ਲਿਆਂਦਾ ਕਿ ਉਹਨੂੰ ਹੁੰਗਾਰਾ ਦੇਣਾ ਪੈਣਾ ਸਿਆਸੀ ਪਾਰਟੀਆਂ ਨੂੰ ਵੀ, ਲੋਕਾਂ ਨੂੰ ਵੀ। ਪੰਜਾਬ ਆ ਜਿਹੜਾ, ਉਹਦੇ ਵਿੱਚ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਆ। ਹੁਣ ਜਿਹੜੀ ਤੁਸੀਂ ਇਹ ਘਟਨਾ ਕਹਿੰਦੇ ਹੋ, ਮੇਰੇ ਹਿਸਾਬ ਨਾਲ ਇਤਿਹਾਸ 'ਚ ਪਹਿਲੀ ਵਾਰ ਵਾਪਰੀ ਆ। ਇਹ ਤੋਂ ਸਿੱਟਾ ਕੀ ਨਿਕਲਦਾ? ਸਿੱਟਾ ਇਹ ਨਿਕਲਦਾ ਵੀ ਇੱਕ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਸਾਂ ਉਮੰਗਾਂ ਲੈ ਕੇ ਆਈ ਸੀ, ਜਿਹਨੂੰ ਪੰਜਾਬ ਨੇ ਆਪਦਾ ਸਿਰ ਦਾ ਤਾਜ ਮੰਨ ਲਿਆ ਸੀ, ਜਿਹੜੇ ਕਹਿੰਦੇ ਸੀ ਸਿਆਸਤ ਕਰਨ ਨਹੀਂ ਆਏ, ਸਿਆਸਤ ਬਦਲਣਾ ਆ। ਇੱਥੇ ਲੋਕ ਫੈਸਲਾ ਕਰਨਗੇ, ਲੀਡਰ ਸੇਵਾਦਾਰ ਹੋਣਗੇ, ਹਾਈ ਕਮਾਂਡ ਕਲਚਰ ਨਹੀਂ ਹੋਊ, ਸਵਰਾਜ ਲਾਗੂ ਹੋਊ। ਪਿੰਡ ਦੇ ਲੋਕ ਪਿੰਡ ਬਾਰੇ ਫੈਸਲਾ ਕਰਨਗੇ, ਜ਼ਿਲ੍ਹੇ ਦੇ ਜ਼ਿਲ੍ਹੇ ਬਾਰੇ ਕਰਨਗੇ, ਪੰਜਾਬ ਦੇ ਪੰਜਾਬ ਬਾਰੇ ਕਰਨਗੇ। ਹੁਣ ਤੱਕ ਦੇ ਤਜਰਬੇ 'ਚ ਉਹ ਇੱਕ ਧੋਖਾ ਸਾਬਤ ਹੋਇਆ। ਉਹਨਾਂ ਕੋਲੇ ਪੱਲੇ ਕੀ ਆ? ਪੰਜਾਬ ਬਾਰੇ ਇੱਕ ਵੀ ਗੱਲ ਨਹੀਂ ਉਹਨਾਂ ਦੀ ਪੱਲੇ, ਕੋਈ ਕਿਸੇ ਪੰਜਾਬ ਦੇ ਮੁੱਦੇ ਬਾਰੇ। ਉਹਨਾਂ ਕੋਲ ਇੱਕ ਦਿੱਲੀ ਮਾਡਲ ਆ, ਜਿਹੜਾ ਇੱਕ ਸ਼ਹਿਰੀ ਸਟੇਟ ਆ, ਜਿਹਦਾ ਪੰਜਾਬ ਨਾਲ ਕੋਈ ਲਾਗਾ ਨਹੀਂ ਦਿੱਗਾ ਨਹੀਂ, ਜਿਹਦੀ ਆਮਦਨ ਬਹੁਤ ਜ਼ਿਆਦਾ ਆ, ਜ਼ਿੰਮੇਵਾਰੀਆਂ ਬਹੁਤ ਘੱਟ ਨੇ। ਉਹ ਫਲਾਪ ਸ਼ੋਅ ਆ। ਇਹ ਹੁੰਦਾ ਨਾ, ਜਦੋਂ ਕੋਈ ਵੱਡੀ ਸ਼ਹਿਨਸ਼ਾਹੀ ਡਿੱਗਦੀ ਆ ਨਾ ਜੀ, ਉਹ ਕਈ ਵਾਰ ਕਿਲੇ ਦੀ ਇੱਕ ਕੰਕਰੇ ਡਿੱਗਦੀ ਹੁੰਦੀ ਆ, ਉਹ ਤੋਂ ਪਤਾ ਲੱਗ ਜਾਂਦਾ ਕਿਲਾ ਢਹਿ ਹੋ ਰਿਹਾ। ਸੋ ਵਿਧਾਨ ਸਭਾ ਦੇ ਵਿੱਚ ਇੱਕ MLA ਦਾ, ਜਿਹੜਾ ਪਹਿਲਾਂ ਵੀ ਉਹਨਾਂ ਤੋਂ ਬਾਗੀ ਹੋਇਆ ਸੀ, ਫਿਰ ਚਲੋ ਉਹਨਾਂ ਦੇ ਨਾਲ ਜੁੜਿਆ ਉਹਦਾ ਇਹ ਕਰ ਜਾਣਾ ਇਹ ਆ ਕਿ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਸਿਆਸੀ ਤੌਰ 'ਤੇ, ਵਿਚਾਰਧਾਰਕ ਤੌਰ 'ਤੇ ਕੋਈ ਭਵਿੱਖ ਨਹੀਂ। ਖਾਸ ਕਰਕੇ ਉਦੋਂ ਜਦੋਂ ਉਹਦਾ ਜਿਹੜਾ ਮੁਖੀ ਆ ਉਹ ਇਹ ਕਹਿ ਰਿਹਾ ਹੋਵੇ ਹਿੰਦੂ ਤਬਾਹੀ ਇੱਕੋ ਇਹੀ ਜੀ ਵਿਚਾਰਧਾਰਾ
ਜਿਹੜੀ ਭਾਰਤ ਨੂੰ ਇਕਮੁੱਠ ਕਰ ਸਕਦੀ ਆ। ਤੇ ਪੰਜਾਬ ਤਾਂ ਇਹ ਕਹਿੰਦਾ ਵੀ ਹਿੰਦੁਸਤਾਨ ਇੱਕ ਫੁੱਲਾਂ ਦਾ ਗੁਲਦਸਤਾ, ਇਹਨਾਂ ਦੀ ਵੱਖਰੀ ਖੁਸ਼ਬੂ ਨੂੰ ਮਾਨਤਾ ਦੇ ਕੇ ਹੀ ਇਹਨੂੰ ਇੱਕ ਰੱਖਿਆ ਜਾ ਸਕਦਾ। ਸੋ ਆਮ ਆਦਮੀ ਪਾਰਟੀ ਵਿਚਾਰਧਾਰਕ ਤੌਰ ਤੇ, ਸਿਆਸੀ ਤੌਰ ਤੇ, ਮਾਨਸਿਕ ਤੌਰ ਤੇ, ਇਤਿਹਾਸਕ ਵਿਰਸੇ ਦੇ ਤੌਰ ਤੇ ਪੰਜਾਬ ਦੇ ਬਿਲਕੁਲ ਉਲਟ ਜਾ ਖੜੀ। ਇਸ ਕਰਕੇ ਜੋ ਪੰਜਾਬ ਦੀ ਅੱਜ ਇੱਥੇ ਜੋ ਰਹਿ ਗਏ ਨੇ ਉਹਨਾਂ ਕੋਲੇ, ਉਹਨਾਂ ਦੇ ਪੱਲੇ ਨਾ ਕੋਈ ਵਿਜ਼ਨ ਆ, ਨਾ ਕੋਈ ਸੋਚ ਆ, ਨਾ ਕੋਈ ਦ੍ਰਿੜਤਾ, ਨਾ ਕੋਈ ਗੱਲ ਕਹਿਣ ਦੀ ਹਿੰਮਤ ਆ। ਇਸ ਕਰਕੇ ਇਹ ਇੱਕ ਸਿੰਬਲ ਆ ਵੀ ਆਮ ਆਦਮੀ ਪਾਰਟੀ ਦਾ ਪੰਜਾਬ 'ਚੋਂ ਭਵਿੱਖ ਖਤਮ ਆ। ਤਾਂ ਕੀ ਪਾਰਟੀ ਉਹਨਾਂ ਲੀਡਰਾਂ ਨੂੰ ਰਿਟੇਨ ਕਿਉਂ ਨਹੀਂ ਕਰ ਪਾਈ? ਖਾਸ ਤੌਰ ਦੇ ਉੱਤੇ ਛੋਟੇਪੁਰਾ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਗਾਂਧੀ ਉਹਨਾਂ ਦੀ ਗੱਲ ਕਰਦੇ ਹਾਂ, ਖਹਿਰੇ ਦੀ ਗੱਲ ਕਰ ਲੈਂਦੇ ਹੈਗੇ ਆ, ਜਾਂ ਫਿਰ ਨਾਜਰ ਸਿੰਘ ਮਾਨਸ਼ਈਆ ਛੱਡ ਕੇ ਜਾਂਦੇ ਹੈਗੇ ਨੇ, ਉਸ ਤੋਂ ਬਾਅਦ ਫਿਰ ਝੜੀ ਲੱਗ ਜਾਂਦੀ ਹੈਗੀ ਹੈ। ਜਿਸ ਤਰੀਕੇ ਦੇ ਨਾਲ ਹੋਰ ਵਿਧਾਇਕ ਆਏ, ਪਿਰਮਲ ਸਿੰਘ ਖਾਲਸਾ ਹੋ ਗਏ, ਜਗਦੇਵ ਕਮਾਲੂ ਹੋ ਗਏ, ਕਰਦੇ ਸਾਰੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਹੈਗੇ ਨੇ। ਔਰ ਇਸ ਦੇ ਨਾਲ ਰੁਪਿੰਦਰ ਕੌਰ ਰੂਬੀ ਦੇ ਵੱਲੋਂ ਜਿਵੇਂ ਝਟਕਾ ਦਿੱਤਾ ਗਿਆ, ਫਿਰ ਜੱਗਾ ਹਿੱਸੋਵਾਲ ਨੇ ਵਿਧਾਨ ਸਭਾ ਦੇ ਵਿੱਚ ਝਟਕਾ ਦੇ ਦਿੱਤਾ। ਕੀ ਇਹਦੇ ਪਿੱਛੇ ਕੀ ਕਾਰਨ ਕੀ ਸਮਝਦੇ ਤੁਸੀਂ? ਇੰਟਰੋਸਪੈਕਸ਼ਨ ਕਿਉਂ ਨਹੀਂ ਅਜੇ ਤੱਕ ਪਾਰਟੀ ਕਰ ਪਾਈ? ਅੱਜ ਵੀ ਧਰਨੇ ਦੀ ਕਾਲ ਦਿੱਤੀ ਸੀਗੀ, 10 ਜਿਹੜੇ ਕੱਲ ਉਮੀਦਵਾਰ ਐਲਾਨੇ ਨੇ ਉਹਦੇ ਵਿੱਚੋਂ ਵੀ 3 ਐਬਸੈਂਟ ਰਹੇ ਨੇ। ਦੇਖੋ, ਸ਼ੁਰੂ ਦੇ ਵਿੱਚ ਨਾ ਮੈਂ ਇਹ ਆਮ ਆਦਮੀ ਪਾਰਟੀ ਦਾ ਹਮਾਇਤੀ ਰਿਹਾ। ਮੈਂ ਚਲੋ ਤੁਹਾਨੂੰ ਕਹਿਣ ਦੀ ਗੱਲ ਆ, ਜਦੋਂ ਆਮ ਆਦਮੀ ਪਾਰਟੀ ਬਣੀ ਆ ਉਹਨਾਂ ਦਿਨਾਂ 'ਚ ਗੜਗਾਉਂ 3-3 ਦਿਨ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨਾਲ, ਯਾਦਵ ਨਾਲ, ਹਮੀਰ ਸਿੰਘ ਹੋਰੀ, ਖਜੂਰੀਆ ਸਾਹਿਬ ਉੱਥੇ ਹੁੰਦੇ ਸੀ ਵੀ ਨਵੀਂ ਪਾਰਟੀ ਬਣਨੀ ਆ, ਕਹੀ ਜੀ ਬਣੇ ਕੀ ਬਣੇ। ਉਦੋਂ ਆਹ ਗੱਲਾਂ ਦੇ ਆਧਾਰ ਤੇ ਇਹ ਆਈ ਸੀ। 14 ਦੇ ਵਿੱਚ ਮੈਂ ਸਰਕਾਰੀ ਨੌਕਰੀ 'ਚ ਹੁੰਦੇ ਹੋਏ ਪਾਰਟੀ ਦੀ ਹਮਾਇਤ ਕੀਤੀ ਸੀ। ਤੇ ਤੁਹਾਨੂੰ ਹੈਰਾਨੀ ਹੋਊ, ਕਹਿਣਾ ਬੜਾ ਚੰਗਾ ਨਹੀਂ ਲੱਗਦਾ, ਮੈਂ ਇੱਕ ਸਰਕਾਰੀ ਮੁਲਾਜ਼ਮ ਸੀ ਜਿਹਨੂੰ ਸਭ ਤੋਂ ਵੱਡੀ ਸਜ਼ਾ ਮਿਲੀ ਸੀ, ਪਰ ਲੋਕਾਂ ਨੂੰ ਨਹੀਂ ਪਤਾ। 10 ਮਹੀਨੇ ਮੈਂ ਗੈਰ ਹਾਜ਼ਰ ਰਿਹਾ, ਮੇਰੀਆਂ ਰਿਟਾਇਰਮੈਂਟ ਲਈ ਸਾਰੀਆਂ ਛੁੱਟੀਆਂ ਕੱਟੀਆਂ ਗਈਆਂ। ਮਤਲਬ ਪੈਸੇ ਦੇ ਪੱਖੋਂ 10-12 ਲੱਖ ਦੀ ਮਾਰਚ ਮੈਂ ਆਇਆ ਹੋਇਆ, ਪਰ ਉਹ ਮੈਂ ਆਪਣੀ ਮਰਜ਼ੀ ਨਾਲ ਕੀਤਾ, ਮੈਂ ਉਹਦੇ ਨਹੀਂ ਗੋਗੇ ਕੋਣੇ ਸੀ। ਪਰ ਉਸ ਤੋਂ ਬਾਅਦ ਪਾਰਟੀ ਜਦੋਂ ਸਾਰੀ ਸਿਧਾਂਤ ਛੱਡ ਗਈ, ਸਾਰੀ ਵਿਚਾਰਧਾਰਾ ਛੱਡ ਗਈ, ਸਿਰਫ ਪੰਜਾਬ ਦੇ ਲੋਕਾਂ ਨੂੰ ਫਿਰ ਮੈਂ ਇਹਨਾਂ ਨੂੰ ਕਹੇ ਦਿੱਲੀ ਦਾ ਧਾੜ ਵੀ ਗਏਗਾ। ਇਹ ਜਿਹੜਾ ਕਹਿੰਦਾ ਪੰਜਾਬ 'ਚ ਆਹ ਗੱਲਾਂ ਕਰਾਂਗੇ, ਪਰ ਇਹ ਧਾੜ ਵੀ ਗਏਗਾ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਨਾਂ ਦਿੱਤਾ ਸੀ, ਜਿੰਨੇ ਪੈਂਤੜੇ ਬਦਲਦੇ ਸੀ, ਵੀ ਇਹ ਛਲੇਡਾ ਸਿਆਸਤ ਆ। ਛਲੇਡਾ ਜਿਹੜਾ ਰੰਗ ਬਦਲਦਾ, ਜਦੋਂ ਇੱਥੇ ਹੁੰਦਾ ਹੋਰ ਆ, ਚੰਡੀਗੜ੍ਹ ਹੁੰਦਾ ਹੋਰ ਆ, ਹਰਿਆਣੇ 'ਚ ਹੁੰਦਾ ਹੋਰ ਆ, ਦਿੱਲੀ 'ਚ ਹੁੰਦਾ ਹੋਰ ਆ, ਗੋਆ 'ਚ ਹੁੰਦਾ ਹੋਰ ਆ। ਇਹ ਛਲੇਡਾ ਸਿਆਸਤ ਆ ਜਿਹੜੀ ਇਹ ਪੰਜਾਬ ਦੇ ਵਿੱਚ, ਇਸੇ ਕਰਕੇ ਜਿਹੜੇ ਬੰਦਿਆਂ 'ਚ ਕੋਈ ਕਣ ਸੀ, ਕੋਈ ਸਮਰੱਥਾ ਸੀ, ਪੰਜਾਬ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਸੱਚਿਓਂ ਚਾਹੁੰਦੇ ਸੀ ਵੀ ਯਾਰ ਬਹੁਤ ਕੁਝ ਦੇਖ ਲਿਆ, ਪੰਜਾਬ 'ਚ ਬਦਲਾਅ ਚਾਹੀਦਾ, ਚਾਹੇ ਉਹ ਛੋਟੇਪੁਰ ਸਾਹਿਬ ਹੋਣ, ਦਲਜੀਤ ਸਿੰਘ ਹੋਣ ਡਾਕਟਰ, ਚਲੋ ਪ੍ਰੋਫੈਸਰ ਮਨਜੀਤ ਸਿੰਘ ਕਹਿ ਲਓ, ਸੁਮੇਲ ਸਿੱਧੂ ਕਹਿ ਲਓ, ਮਤਲਬ ਕਿੰਨੇ, ਕਮਰ ਸੰਧੂ ਕਹਿ ਲਓ। ਮੈਂ ਕਹਿੰਦਾ ਹੁਣ ਈਵਨ ਆਪਣੇ ਖਹਿਰਾ ਸਾਹਿਬ, ਇਹਨਾਂ ਨੇ ਅਸਰਟ ਕੀਤਾ ਵੀ ਪੰਜਾਬ ਦੀ ਕੀ ਲੋੜ ਆ। ਦੇਖੋ ਜੀ, ਇੱਕ ਗੱਲ ਮੰਨ ਕੇ ਚੱਲੋ, ਜੋ ਭਾਰਤ ਸੋਚਦਾ ਜਾਂ ਅੱਡ ਸੂਬੇ ਸੋਚਦੇ ਨੇ, ਪੰਜਾਬ ਉਸ ਤਰ੍ਹਾਂ ਨਹੀਂ ਸੋਚਦਾ। ਮੋਦੀ ਵੇਵ ਕਿੱਥੇ ਆ ਜੀ ਪੰਜਾਬ 'ਚ? ਬਾਕੀ ਗੱਲਾਂ ਕਿੱਥੇ ਨੇ? ਪੰਜਾਬ ਇੱਕ ਖੁਸ਼ਹਾਲੀ ਦਾ ਦੌਰ ਹੰਢਾ ਕੇ ਇੱਕ ਵੱਡੇ ਸੰਕਟ 'ਚ ਫਸਿਆ ਹੋਇਆ, ਜਿਹਨੂੰ ਹੋਰ ਤਰ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਆ। ਉਹਨੂੰ ਕੋਈ ਪਾਰਟੀ ਛੋਹਣ ਨੂੰ ਤਿਆਰ ਨਹੀਂ। ਸੋ ਇਸ ਕਰਕੇ ਆਮ ਆਦਮੀ ਪਾਰਟੀ ਲੀਹੋਂ ਲੱਥੀ ਪਾਰਟੀ ਆ। ਇਸ ਕਰਕੇ ਇਹਦਾ ਕੋਈ ਭਵਿੱਖ ਨਹੀਂ। ਇਸੇ ਕਰਕੇ ਇਹਨਾਂ ਨੂੰ ਲੋੜ ਹੀ ਨਹੀਂ ਪਈ। ਇਹਨਾਂ ਨੂੰ ਜੀ ਹਜ਼ੂਰ ਇਹ ਚਾਹੀਦੇ ਨੇ ਜਿਹੜੇ ਦਿੱਲੀ ਵੱਲ ਝਾਕਣ। ਤੁਸੀਂ ਇਹ ਦੇਖੋ ਤਾਂ ਸਹੀ ਨਾ ਜੀ, ਰੋਜ਼ ਕੀ ਹੁੰਦਾ। ਪਹਿਲਾਂ ਇਹਨਾਂ ਨੇ ਲਾਇਆ, ਚਾਰਜ ਲਾਇਆ ਆਪਣਾ ਜਰਨੈਲ ਸਿੰਘ, ਇਹਨਾਂ ਨੂੰ ਲੱਗੇ ਤਾਂ 100 ਬੰਦਾ, ਜਿੰਨੇ ਨਾਲ ਜਿੰਨੀ ਮਤਲਬ ਬਿਹਾਰ ਚ ਤਰਾਈਆਂ ਨਾਲ ਇਹਨਾਂ ਨੇ ਪੰਜਾਬ ਨੂੰ ਹੈਂਡਲ ਕਰਨਾ। ਇਹਨਾਂ ਨੇ ਸੋਚਿਆ ਹੁਣ ਨਹੀਂ, ਜਰਨੈਲ ਸਿੰਘ ਤੋਂ ਸਹਿ ਪ੍ਰਭਾਰੀ ਲਾਤਾ, 9 ਦਾ ਸਹਿ ਪ੍ਰਭਾਰੀ ਆ, ਬਣਿਆ ਹੋਇਆ ਮਹਾ ਪ੍ਰਭਾਰੀ ਆ ਅਮਲੀ ਤੌਰ ਤੇ, ਇਹ ਤੁਸੀਂ ਦੇਖ ਲਓ। ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਨੇ ਹੈਂਡਲ ਪੰਜਾਬ ਨੂੰ ਗਲਤ ਕੀਤਾ। ਪੰਜਾਬ ਨੂੰ ਸਮਝਣ, ਪਹਿਲੀ ਗੱਲ ਪੰਜਾਬ ਨੂੰ ਨਹੀਂ ਸਮਝਿਆ ਪੰਜਾਬ ਕੀ ਆ, ਦੂਜੀ ਗੱਲ ਪੰਜਾਬ ਦਾ ਸੰਕਟ ਕੀ ਆ ਇਹਨੂੰ ਨਹੀਂ ਸਮਝਿਆ। ਸਿਰਫ ਆਹ ਸਕੂਲਾਂ ਦੀ ਗੱਲ ਜੀ, ਆਹ ਹਸਪਤਾਲਾਂ ਦੀ ਗੱਲ ਜੀ, ਆਹ 300 ਯੂਨਿਟ ਬਿਜਲੀ ਦੀ ਗੱਲ ਜੀ, ਇਹ ਸਮੱਸਿਆ ਪੰਜਾਬ ਦੀਆਂ ਨਹੀਂ ਹੈਗੀਆਂ। ਪੰਜਾਬ ਇੱਕ ਤਬਾਹੀ ਦੇ ਰਸਤੇ ਧੱਕਿਆ ਜਾ ਰਿਹਾ। ਪੰਜਾਬ ਦੇ ਕੁਦਰਤੀ ਸਾਧਨ ਲੁੱਟੇ ਜਾ ਰਹੇ ਨੇ। ਪੰਜਾਬ ਦੇ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ। ਸੋ ਇੱਥੇ ਤਾਂ ਹਾਲ ਉਹ ਆ, ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤੋਂ ਲੂਟ। ਤੁਸੀਂ ਦੇਖੋ ਜੀ, ਸਕੈਂਡਲ ਕਿੰਨੇ ਆ ਰਹੇ ਨੇ ਸਾਹਮਣੇ ਬਾਹਰ। ਨਵਜੋਤ ਸਿੰਘ ਸਿੱਧੂ ਵੀ ਲਿਆ ਰਿਹਾ, ਹੁਣ ਕੈਪਟਨ ਵੀ ਕਹਿੰਦਾ ਮੈਂ ਲਿਆ ਰਿਹਾ। ਮਨਪ੍ਰੀਤ ਬਾਦਲ ਨੇ ਇੱਕ ਸਭ ਤੋਂ ਵੱਡਾ ਸਕੈਂਡਲ ਲਿਆਂਦਾ ਸੀ, ਤੁਹਾਡੇ ਯਾਦ ਹੋਊ, ਪੰਜਾਬ ਦੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ, 31,000 ਕਰੋੜ, ਜਿਹਨੂੰ ਰਾਜੇਵਾਲ ਸਾਹਿਬ ਕਹਿੰਦੇ ਨੇ ਨਾ ਸਭ ਤੋਂ ਬਿਹਤਰ ਸਾਡਾ ਮੰਡੀਕਰਨ ਦਾ ਸਿਸਟਮ ਆ। ਸਭ ਤੋਂ ਕਰਪਟ ਸਿਸਟਮ ਵੀ ਉਹੀ ਆ। FCI ਤੁਸੀਂ ਦੇਖ ਲਓ, ਪਨਸਪ ਦੇਖ ਲਓ, 31,000 ਕਰੋੜ ਦਾ ਘਪਲਾ ਸੀ, ਜਾਂਦੇ ਪੰਜਾਬ ਸਿਰ ਕਰਜ਼ਾ ਬਣਾਤਾ।
ਤੇ ਉਦੋਂ ਮਨਪ੍ਰੀਤ ਧਾਹਾ ਮਾਰਦਾ ਸੀ। ਮਨਪ੍ਰੀਤ ਵਰਗਾ ਪਖੰਡੀ ਲੀਡਰ, ਮਨਪ੍ਰੀਤ ਵਰਗਾ ਸੁਡੋ ਲੀਡਰ, ਮਨਪ੍ਰੀਤ ਵਰਗਾ ਮਤਲਬ ਲੋਕਾਂ ਨੂੰ ਧੋਖਾ ਦੇਣ ਵਾਲਾ ਲੀਡਰ, ਜਿਹਦਾ ਮਨ ਹੋਰ ਆ, ਮੁੱਖ ਹੋਰ ਆ, ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਉਹ ਬੰਦਾ ਲਗਾਤਾਰ ਖਜ਼ਾਨਾ ਮੰਤਰੀ ਬਣਦਾ ਰਿਹਾ। ਤੇ ਉਹ ਕੀਤਾ, ਉਹ ਕਿਵੇਂ ਧਾਹਾ ਮਾਰਦਾ ਸੀ। 31,000 ਆ ਕੁਛ ਕਰਤਾ, ਉਦੋਂ ਐਲਾਨ ਹੋ ਗਿਆ ਵਿਜੀਲੈਂਸ ਜਾਂਚ ਕਰੂਗੀ, ਉਦੋਂ ਐਲਾਨ ਹੋ ਗਿਆ ਮਤਲਬ ਇਹਦਾ ਦਸਤਾ ਜਾਂਚ ਕਰੂ। ਕਿੱਧਰ ਗਈ ਜਾਂਚ? ਸਿੰਜਾਈ ਘੁਟਾਲੇ ਦੀ ਜਾਂਚ ਕਿੱਧਰ ਗਈ? ਜਾਂਚਾਂ ਸ਼ੁਰੂ ਕਰੋ। ਉਦੋਂ ਬਾਅਦ ਜਿਵੇਂ ਕਹਿੰਦੇ ਰਿਸ਼ਵਤ ਲੈਂਦਾ ਫੜਿਆ ਗਿਆ, ਰਿਸ਼ਵਤ ਦੇ ਕੇ ਛੁੱਟ ਗਿਆ। ਇਹ ਤਾਂ ਕਲਚਰ ਬਣਾਤਾ ਇਹਨਾਂ ਨੇ ਪੰਜਾਬ ਦਾ। ਸੋ ਇਹ ਘਪਲਿਆਂ ਦੀ ਸਰਕਾਰ ਆ, ਅਲੀ ਬਾਬਾ 40 ਚੋਰਾਂ ਦੀ ਸਰਕਾਰ ਆ। ਇਹਨੇ ਜੋ ਹੁਣ ਤੱਕ ਕੀਤਾ ਉਹ ਜਿਹੜਾ ਸਾਹਮਣੇ ਆ ਰਿਹਾ, ਉਹ 'ਚ ਪੰਜਾਬ ਦੀ ਤਰਾਸਦੀ ਸਾਹਮਣੇ ਆ ਰਹੀ ਹੈ। ਜਦੋਂ ਬਈ ਜੀ ਪਿੰਡ 'ਚ ਗੀਤ ਵੱਜਦਾ, ਲੋਕਾਂ ਦੀ ਸਾਡੀ ਮਾਨਸਿਕਤਾ ਕਹੀ ਜੀ ਬਣਾਤੀ, ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ। ਹੁਣ ਇਹ ਮਾਨਸਿਕਤਾ ਕਹੀ, ਅੱਧਾ ਪਿੰਡ ਉਹ 'ਤੇ ਨੱਚ ਰਿਹਾ। ਇਸ ਕਰਕੇ ਸਾਡਾ ਰਿਸਪੌਂਸ ਸਿਸਟਮ ਆ ਜਿਹੜਾ, ਸਾਡੀ ਪੰਜਾਬੀਆਂ ਦੀ ਮਾਨਸਿਕਤਾ ਸੀ, ਜਿਹੜੇ ਕਹਿੰਦੇ ਸੀ ਯਾਰ ਗੁਰਦੁਆਰੇ ਦਾ ਜਿਹੜਾ ਧਨ ਦਾ ਪੈਸਾ ਖਾਊਗਾ ਉਹਦੇ ਕੀੜੇ ਪੈਣਗੇ, ਜਿਹੜਾ ਬਗਾਨਾ ਧਨ ਖਾਊਗਾ ਐਂ ਹੋਊਗਾ। ਜਿੱਥੇ ਗੁਰੂ ਨਾਨਕ ਦੇ ਬੋਲ ਨੇ, ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ। ਤੇ ਜਿੱਥੇ ਲੋਕ ਇਹ ਕਹਿੰਦੇ ਨੇ ਬਾਈ ਜੀ ਜਿਹਦਾ ਹੱਥ ਨਹੀਂ ਪੈਂਦਾ ਉਹੀ ਇਮਾਨਦਾਰ ਆ, ਜਿਹਦਾ ਹੱਥ ਪੈਂਦਾ ਤਾਂ ਚੱਕ ਦਿੰਦਾ ਫੱਟੇ। ਅਸੀਂ ਬਾਬੇ ਗੁਰੂ ਨਾਨਕ ਦੇ ਫਲਸਫੇ ਨਾਲੋਂ ਟੁੱਟ ਗਏ, ਇਤਿਹਾਸ ਨਾਲੋਂ ਟੁੱਟ ਗਏ, ਸਿਧਾਂਤ ਨਾਲੋਂ ਟੁੱਟ ਗਏ। ਤੇ ਇਹ ਪੰਜਾਬ ਆ ਜਿਹੜਾ ਬਹੁਤ ਮਾਨਸਿਕ ਤੌਰ 'ਤੇ ਬੁਰੀ ਹਾਲਤ 'ਚੋਂ ਵੀ ਲੰਘ ਰਿਹਾ, ਆਰਥਿਕ ਤੌਰ 'ਤੇ ਵੀ ਬੁਰੀ ਹਾਲਤ 'ਚੋਂ ਲੰਘ ਰਿਹਾ। ਕਿਸਾਨ ਅੰਦੋਲਨ ਨੇ ਇਹਨੂੰ ਪੀਕ 'ਤੇ ਲਿਆ ਕੇ ਦੋ ਗੱਲਾਂ ਉਭਾਰਤੀਆਂ। ਇੱਕ ਤਾਂ ਫੈਡਰਲ ਢਾਂਚੇ ਦਾ ਸਵਾਲ ਹੈ। ਇਹ ਫੈਡਰਲ ਢਾਂਚੇ ਦਾ ਮਤਲਬ ਗੁਲਦਸਤੇ ਦਾ ਸਵਾਲ ਆ। ਇਹ ਰਾਜਾਂ ਦੇ ਅਧਿਕਾਰਾਂ 'ਤੇ ਹਮਲਾ, ਇਹ ਖੇਤੀ ਖੇਤਰ 'ਤੇ ਹਮਲਾ। ਦੂਜਾ ਉਹਨਾਂ ਨੇ ਉਭਾਰਤਾ, ਤੁਹਾਨੂੰ ਅਸੀਂ ਚੁਣਦੇ ਹਾਂ, ਜਵਾਬਦੇਹ ਹੋਣਾ ਪਊ ਲੋਕਾਂ ਪ੍ਰਤੀ। ਪਾਰਲੀਮੈਂਟ ਬਰਾਬਰ ਲਾਈ ਨਾ, ਵਿਪ ਜਾਰੀ ਕੀਤਾ ਨਾ, ਆ ਕੇ ਸੁਣਿਆ ਨਾ ਸਾਰਿਆਂ ਨੂੰ। ਹੁਣ ਜਾਂ ਤਾਂ ਜਿਹੜਾ ਵੋਟ ਦੀ ਚੋਟ ਉਹਨਾਂ ਨੇ ਨਾਅਰਾ ਦਿੱਤਾ, ਹੁਣ ਪੰਜਾਬ 'ਚ ਵੋਟ ਦੀ ਚੋਟ ਦਾ ਅਰਥ ਹੋਰ ਬਣਦਾ, ਦੇਸ਼ 'ਚ ਹੋਰ ਬਣਦਾ। ਹੁਣ ਪੰਜਾਬ ਦਾ ਕਿਸਾਨ ਅੰਦੋਲਨ ਇਸ ਮਾਮਲੇ 'ਤੇ ਫੇਲ ਹੋ ਰਿਹਾ। ਵੋਟ ਦੀ ਚੋਟ ਦਾ ਇੱਥੇ ਠੋਸ ਕੀ ਅਰਥ ਬਣਦਾ? ਦੋ ਅਰਥ ਬਣਦੇ ਨੇ। ਇੱਕ ਤਾਂ ਉਹ ਏਜੰਡਾ ਪੰਜਾਬ ਦੇ ਸਾਹਮਣੇ ਪੇਸ਼ ਕਰਨ, ਮੁੱਦਿਆਂ ਦੀ ਸਿਆਸਤ ਪੇਸ਼ ਕਰਨ, ਉਹਨਾਂ ਦੇ ਹੱਲ ਦਾ ਰੋਡ ਮੈਪ ਪਾਸ, ਪਾਰਦਰਸ਼ਤਾ ਦੀ ਗੱਲ ਕਰਨ, ਜਵਾਬਦੇਹੀ ਦੀ ਗੱਲ ਕਰਨ। ਵੀ ਦੱਸੋ ਕਿਹੜੀ ਸਿਆਸੀ ਪਾਰਟੀ ਨੂੰ ਹੁੰਗਾਰਾ ਦਿੰਦੀ ਆ, ਸਿਆਸੀ ਪਾਰਟੀਆਂ 'ਚ ਸਮਾਜ ਚੱਲੇ, ਜਾਂ ਕੋਈ ਉਹੀ ਜਿਹੀ ਨਵੀਂ ਸਿਆਸਤ ਉੱਭਰੇ ਜਿਹੜੀ ਕਿਸਾਨ ਅੰਦੋਲਨ ਦੇ ਪ੍ਰਵਚਨ ਨੂੰ ਲੈ ਕੇ ਅੱਗੇ ਆਵੇ। ਉਹ ਆ ਨਹੀਂ ਰਹੀ, ਏਜੰਡਾ ਪੇਸ਼ ਨਹੀਂ ਕਰ ਰਹੀ। ਫਿਰ ਬਦਲਾਵ ਕੀ ਹੈਗਾ ਲੋਕਾਂ ਦੇ ਕੋਲ, ਕੀ ਆਪਸ਼ਨ ਰਹੂਗੀ? ਕਿਉਂਕਿ ਜਦੋਂ ਆਮ ਆਦਮੀ ਪਾਰਟੀ ਆਈ ਸੀ ਤਾਂ ਇੱਕ ਲੋਕਾਂ ਨੂੰ ਆਸ ਬੱਝੀ ਸੀਗੀ ਕਿ ਇਹ ਇੱਕ ਰਵਾਇਤੀ ਪਾਰਟੀਆਂ ਤੋਂ ਹਟ ਕੇ ਪਾਰਟੀ ਹੈਗੀ ਹੈ, ਇਸ ਤੋਂ ਸਾਨੂੰ ਬਹੁਤੀਆਂ ਆਸਾਂ ਲੱਗਦੀਆਂ ਨੇ। ਪਰ ਉਹਨਾਂ ਵੀ ਆਸਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਖਰੀ ਨਹੀਂ ਉਤਰੀ। 20 ਵਿਧਾਇਕ ਜਿੱਤੇ ਸੀਗੇ, 20 ਦੇ ਵਿੱਚੋਂ ਹੁਣ ਸਿਰਫ ਤੁਸੀਂ ਦੇਖ ਸਕਦੇ ਹੋ 12 ਕੀ ਰਹਿ ਗਏ ਨੇ। ਉਹਦੇ 'ਚੋਂ ਵੀ ਨਹੀਂ ਪਤਾ ਕਿ ਉਹ 2 ਨੂੰ ਟਿਕਟਾਂ ਦੇਣੀਆਂ ਵੀ ਨੇ ਨਹੀਂ ਦੇਣੀਆਂ। ਤਾਂ ਬਦਲਾਵ ਲੋਕਾਂ ਦੇ ਕੋਲ ਕੀ ਹੈਗਾ, ਔਰ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੁਣ ਨਜ਼ਰ ਆ ਰਿਹਾ 22 ਦੀਆਂ ਚੋਣਾਂ ਦੇ ਵਿੱਚ? ਭਗਵੰਤ ਮਾਨ ਹਾਲਾਂਕਿ ਨਾਰਾਜ਼ ਉਹ ਵੀ ਬੈਠੇ ਹੋਏ ਨੇ, ਖੁੱਲ੍ਹ ਕੇ ਭਾਵੇਂ ਨਹੀਂ ਬੋਲ ਰਹੇ। ਮੁੱਖ ਮੰਤਰੀ ਦਾ ਚਿਹਰਾ ਇਹਨਾਂ ਦੇ ਕੋਲ ਅਜੇ ਤੱਕ ਨਹੀਂ ਮਿਲਿਆ। ਮੁੱਖ ਮੰਤਰੀ ਕੌਣ ਹੋਊਗਾ? ਕੇਜਰੀਵਾਲ ਹੀ ਆਉਣਾ ਚਾਹੁੰਦੇ ਨੇ। ਬਦਲਾਵ ਕੀ ਹੈਗਾ? ਸਾਡਾ ਨਾ ਸੰਕਲਪ ਵਿਗਾੜ ਤੇ ਪਹਿਲੀ ਗੱਲ, ਚਿਹਰਿਆਂ ਦੀ ਸਿਆਸਤ ਆ ਜਿਹੜੀ, ਇਹਨੇ ਸਿਆਸਤ ਪਰਿਵਾਰਕਵਾਦ ਦੀ ਬਣਾਤੀ। ਚਿਹਰਿਆਂ ਦੀ ਸਿਆਸਤ ਆ ਜਿਹੜੀ ਮੁੱਦਿਆਂ ਦੀ ਸਿਆਸਤ ਨੂੰ ਰੋਲਦੀ ਆ। ਬੰਦੇ ਦਾ ਬੰਦਾ ਹੋਣਾ ਤੇ ਬੰਦੇ ਦਾ ਵਿਰੋਧੀ ਹੋਣਾ, ਇਹ ਵਿਚਾਰ ਨੂੰ ਰੋਲਦੀ ਆ। ਸਾਡੀ ਜਿਹੜੀ ਧਰਤੀ ਆ ਗੁਰੂਆਂ ਪੀਰਾਂ ਫਕੀਰਾਂ ਦੀ, ਇਹ ਤਾਂ ਸੰਵਾਦ ਦੀ ਧਰਤੀ ਆ, ਇਹ ਤਾਂ ਵਿਚਾਰ ਦੀ ਧਰਤੀ ਆ, ਇਹ ਤਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਧਰਤੀ ਆ। ਇਹਦੇ ਨਾਲ ਸਾਨੂੰ ਖੇਡਤਾ। ਪਹਿਲੀ ਗੱਲ, ਬੰਦੇ ਦਾ ਬੰਦਾ ਹੋਣਾ ਤੇ ਬੰਦੇ ਦਾ ਵਿਰੋਧੀ ਹੋਣਾ, ਇਹਨੂੰ ਨਕਾਰਨਾ ਚਾਹੀਦਾ। ਨੰਬਰ 2, ਵਿਚਾਰ ਨਾਲ ਦੇ ਲੜ ਲੱਗਣਾ ਚਾਹੀਦਾ। ਮੈਂ ਕਹਿੰਦਾ ਸੱਚ ਖਿੰਡਿਆ ਪਿਆ, ਮੈਂ ਨਹੀਂ ਕਹਿੰਦਾ ਕਿਸੇ ਪੱਲੇ ਸੱਚ ਆ। ਜਿੱਥੇ ਵੀ ਸੱਚ ਦੀ ਆਵਾਜ਼ ਉੱਠਦੀ ਆ ਉਹਨੂੰ ਬੁਲੰਦ ਕਰਨਾ ਚਾਹੀਦਾ। ਇਸ ਕਰਕੇ ਪੰਜਾਬ ਨੂੰ ਮੁੱਦਿਆਂ ਦੀ ਸਿਆਸਤ ਲੋੜ ਆ, ਪੰਜਾਬ ਨੂੰ ਸੰਵਾਦ ਦੀ ਲੋੜ ਆ। ਸੰਵਾਦ ਖੜਾ ਹੋ ਗਿਆ ਮੁਲਕ 'ਚ, ਪਰ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਪੰਜਾਬ 'ਚ ਸੰਵਾਦ ਨਾ ਚੱਲੇ, ਮਿਹਣੋ ਮਿਹਣੀ ਹੋਣ। ਮਤਲਬ ਜਿਵੇਂ ਗਲੀਆਂ ਦੇ ਲੜਾਈ ਹੁੰਦੀ ਹੋਵੇ ਉਹ ਲੜਾਈ ਹੋ। ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਵੀ ਨਾ ਤਾਂ ਇੱਥੇ ਮੁੱਦਿਆਂ ਦੀ ਸਿਆਸਤ ਉੱਭਰੇ, ਨਾ ਇੱਥੇ ਜਵਾਬਦੇਹੀ ਦੀ ਸਿਆਸਤ ਉੱਭਰੇ, ਨਾ ਇੱਥੇ ਪਾਰਦਰਸ਼ਤਾ ਦੀ ਸਿਆਸਤ ਉੱਭਰੇ। ਇੱਥੇ ਕੀ ਉੱਭਰੇ? ਤੂੰ ਚੋਰ ਮੈਂ ਚੋਰ, ਤੂੰ ਚੋਰ ਮੈਂ ਚੋਰ, ਤੂੰ ਵੀ ਕੀਤਾ ਮੈਂ ਵੀ ਕੀਤਾ। ਇਹ ਜਿਹੜਾ ਦੇਖਣ ਨੂੰ ਚੰਗਾ ਲੱਗਦਾ, ਜਿਹੜਾ ਸੋਸ਼ਲ ਮੀਡੀਆ ਨੂੰ ਸਭ ਤੋਂ ਵੱਧ ਉਭਾਰ ਰਿਹਾ, ਇਹ ਵੀ ਡਾਈਵਰਸ਼ਨ ਆ। ਜਦੋਂ ਅਸੀਂ ਕਹਿੰਦੇ ਬਹੁਤ ਕੰਗਾਲੀ ਦਾ ਅਸੀਂ ਦੌਰ ਹੰਢਾ ਰਹੇ ਹਾਂ, ਉਹਦਾ ਮਤਲਬ ਸਾਨੂੰ ਵਿਚਾਰ ਨਾਲ ਜੁੜਨ ਦੀ ਲੋੜ ਆ। ਸਾਨੂੰ ਪੰਜਾਬ 'ਚ ਬਦਲਵੀਂ ਸਿਆਸਤ ਬਣਦੀ ਕੀ ਆ? ਬਦਲ ਕੀ ਬਣਦਾ? ਬਦਲਵੀਂ ਕਾਰਜਸ਼ੈਲੀ ਕੀ ਬਣਨੀ ਚਾਹੀਦੀ ਆ?
ਹੈ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਇਕੱਲੀ ਆਮ ਆਦਮੀ ਪਾਰਟੀ ਨੂੰ ਨਹੀਂ, ਸਾਰੀਆਂ ਪਾਰਟੀਆਂ ਨੂੰ। ਹੁਣ ਹੋਣਾ ਕੀ ਆ ਜੀ, ਜਾਂ ਤਾਂ ਕੋਈ ਵੱਖਰੀ ਸਿਆਸਤ ਉੱਭਰੇ ਜਿਹਦੀ ਪੰਜਾਬ ਨੂੰ ਲੋੜ ਆ, ਖੇਤਰੀ ਪਾਰਟੀ ਦੀ ਲੋੜ ਆ। ਦੇਖੋ ਕੈਪਟਨ ਅਮਰਿੰਦਰ ਨੇ ਕਾਂਗਰਸ ਨੂੰ ਖੇਤਰੀਵਾਦ ਦਾ ਰੰਗ ਚਾੜਿਆ, ਅਸਲਟ ਕੀਤਾ, 2 ਵਾਰ ਸਰਕਾਰ ਬਣਾਈ। ਐਤਕੀ ਉਹਦੀ ਬਿਲਕੁਲ ਨਿਖਿੱਧ ਕਾਰਗੁਜ਼ਾਰੀ ਆ। ਹੁਣ ਨਵਜੋਤ ਸਿੰਘ ਸਿੱਧੂ ਆ ਜਿਹੜਾ ਖੇਤਰੀਵਾਦ ਲੈ ਕੇ ਆਇਆ, ਉਹਨੂੰ ਪੰਜਾਬ ਦੇ ਏਜੰਡੇ ਤੇ ਚੜਾਉਣਾ ਚਾਹੁੰਦਾ, ਕਾਂਗਰਸ ਨੂੰ ਮੁੱਦਿਆਂ ਦੀ ਸਿਆਸਤ ਤੇ ਚੜਾਉਣਾ ਚਾਹੁੰਦਾ। ਉਹ ਦੱਸ ਰਿਹਾ ਵੀ ਉਹ ਜੋ ਸਾਰੀ ਕਿਵੇਂ ਲੁੱਟ ਰਹੇ ਨੇ। ਤੁਸੀਂ ਟਰਾਂਸਪੋਰਟ ਮਾਫੀਆ ਦੇਖੋ ਕੀ ਸਾਹਮਣੇ ਆ ਰਿਹਾ। ਹਾਲਾਂਕਿ ਰਾਜੇ ਵੜਿੰਗ ਨੇ ਕੋਈ ਨਵੀਂ ਨੀਤੀ ਪਾਲਿਸੀ ਤਾਂ ਲਾਗੂ ਨਹੀਂ ਕੀਤੀ, ਪੁਰਾਣੀ ਨੀਤੀ ਪਾਲਿਸੀ ਦੇ ਅਨੁਸਾਰ ਉਹ ਗਲਤ ਠੀਕ ਨੂੰ ਫੜ ਰਿਹਾ ਤੇ ਕਿੰਨਾ ਕੁਝ ਨਿਕਲ ਰਿਹਾ। ਤੇ ਜੇ ਤੁਸੀਂ ਨੀਤੀ ਬਦਲੋਗੇ ਮਾਫੀਆ ਤਾਂ ਉਦੋਂ ਟੁੱਟੂ ਨਾ ਜੀ। ਤੁਸੀਂ ਰੇਤਾ ਸਸਤਾ ਕਰਤਾ, ਚੰਗੀ ਗੱਲ ਆ, ਪਰ ਮਾਫੀਆ ਤਾਂ ਉਦੋਂ ਟੁੱਟੂ ਨਾ ਜਦੋਂ ਰੇਤੇ ਦੀ ਨੀਤੀ ਬਦਲੋਗੇ। ਤੁਸੀਂ ਕਹਿਤਾ ਚੰਨੀ ਸਾਹਿਬ ਨੇ ਬਾਹਰੋਂ ਸ਼ਰਾਬ ਦੀ ਸਮਗਲਿੰਗ ਬੰਦ ਕਰੋ, ਚੰਗੀ ਗੱਲ ਆ, ਪਰ ਸ਼ਰਾਬ ਦਾ ਮਾਫੀਆ ਤਾਂ ਉਦੋਂ ਟੁੱਟੂ ਜਦੋਂ ਸਰਕਾਰੀ ਕਾਰਪੋਰੇਸ਼ਨ ਬਣੂ। ਜਦੋਂ ਤੁਸੀਂ ਇਹਨਾਂ ਪਾਸੇ ਵੱਲ ਤੁਰੋਗੇ ਤਾਂ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਲੱਭੂ। ਸਾਡੇ ਸਾਹਮਣੇ ਪਤਾ ਕੀ ਹੈ ਜੀ ਸਵਾਲ ਪੰਜਾਬ ਦਿਵਾਲੀਏਪਣ ਦੇ ਪਾਸੇ ਜਾ ਰਿਹਾ, ਜਿਹਨੂੰ ਖਜ਼ਾਨਾ ਮੰਤਰੀ ਨੇ ਹੁਣ ਤੱਕ ਪੜਦੇ ਪਾ ਰੱਖਿਆ। ਐਂ ਤਾਂ ਕਹਿ ਦਿੰਦਾ ਸੀ ਖਜ਼ਾਨਾ ਖਾਲੀ ਆ, ਪਰ ਲਗਾਤਾਰ ਕਰਜ਼ਾ ਕਿਵੇਂ ਚੜ੍ਹ ਰਿਹਾ, 1 ਲੱਖ ਕਰੋੜ ਕਿਵੇਂ ਚੜ੍ਹ ਗਿਆ 5 ਸਾਲਾਂ 'ਚ। ਲੋਕਾਂ ਨੂੰ ਹਨੇਰੇ 'ਚ ਰੱਖਿਆ ਜਾ ਰਿਹਾ। ਇਹ ਹਨੇਰਾ ਦੂਰ ਕਰਨ ਦੀ ਲੋੜ ਆ। ਪੰਜਾਬ ਦੇ ਲੋਕਾਂ ਨੂੰ ਫੌਰੀ ਰਾਹਤ ਦੀ ਵੀ ਲੋੜ ਆ, 4 ਦਿਨਾਂ ਦੀ ਚਾਨਣੀ ਦੀ ਵੀ ਲੋੜ ਆ, ਜੋ ਚੰਨੀ ਸਾਹਿਬ ਦੇ ਰਹੇ ਨੇ। ਪਰ ਜਿਹੜੀ ਹਨੇਰੀ ਗੁਫਾ 'ਚ, ਹਨੇਰੀ ਰਾਤ 'ਚ ਪੰਜਾਬ ਗੁਜ਼ਰ ਰਿਹਾ, ਉਹਦੇ ਵਿੱਚ ਵੀ ਦੀਵੇ ਬਾਲਣ ਦੀ ਲੋੜ ਆ। ਉਹ ਦੀਵੇ ਤਾਂ ਬਾਲੇ ਜਾਣਗੇ ਜੇ ਮੁੱਦਿਆਂ ਦੀ ਸਿਆਸਤ ਉਭਾਰੋਗੇ, ਜਵਾਬਦੇਹੀ ਦੀ ਸਿਆਸਤ ਉਭਾਰੋਗੇ। ਜੇ ਕਿ ਜਿਹੜੀ ਪਾਰਟੀ ਇਹਨੂੰ ਮੁਕਾਬਲਤਨ ਹੁੰਗਾਰਾ ਦੇ ਦੂ, ਇਸ ਸਿਆਸਤ ਨੂੰ, ਕਿਸਾਨ ਅੰਦੋਲਨ ਦੇ ਵਰਤਾਂਤ ਨੂੰ ਮੁਕਾਬਲਤਨ ਹੁੰਗਾਰਾ ਦੇ ਦੂ, ਬਦਲ ਜੂ, ਹੋ ਸਕਦਾ ਉਹਨੂੰ ਵਧੀਆ ਹੁੰਗਾਰਾ ਮਿਲ ਜੇ। ਜਿਵੇਂ ਕਾਂਗਰਸ ਪਾਰਟੀ ਦਾ ਜਿਵੇਂ ਹੁਣ ਆਹ ਕੰਮ ਨਿਬੜਿਆ, ਇਹਨੂੰ ਚਾਹੇ ਤੁਸੀਂ ਪੂਰੀ ਤਰ੍ਹਾਂ ਦਰੁਸਤ ਨਹੀਂ ਕਹਿ ਸਕਦੇ, ਪਰ ਮਨਪ੍ਰੀਤ ਦੇ ਚੁੰਗਲ 'ਚੋਂ, ਮਨਪ੍ਰੀਤ ਦਾ ਚੁੰਗਲ ਵਿਅਕਤੀਗਤ ਗੱਲ ਨਹੀਂ ਹੈ। ਕੈਪਟਨ ਤੇ ਮਨਪ੍ਰੀਤ ਦੀ ਜਿਹੜੀ ਇੱਕ ਸੋਚ ਸੀ, ਜਿਹੜੀ ਪਾਸ ਦੇ ਕੇ ਖੇਡਦੀ ਸੀ, ਚਾਹੇ ਉਹ ਖੇਤੀ ਕਾਨੂੰਨਾਂ ਦੀ ਗੱਲ ਆ, ਚਾਹੇ ਉਹਦੀ ਗੱਲ ਆ, ਉਹ ਅਗਵਾ ਕਰ ਲਈ ਸੀ 6 ਦਿਨ ਦਿੱਲੀ ਬੈਠ ਕੇ ਮਨਪ੍ਰੀਤ ਨੇ। ਪੰਜਾਬ ਕਾਂਗਰਸ ਦੀ ਸਰਕਾਰ ਉਹ ਚੁੰਗਲ ਨੂੰ ਤੋੜਨ ਦਾ ਯਤਨ ਕਰ ਰਹੀ ਆ। ਤੇ ਸਿੱਧੂ ਤੇ ਚੰਨੀ 'ਚ ਇੱਕ ਸੁਰਤਾ ਹੋ ਰਹੀ ਹੈ, ਜਿਹੜੀ ਵਿਚਾਰਾਂ ਦੀ, ਬੰਦਿਆਂ ਦੀ ਨਹੀਂ ਮੈਂ ਗੱਲ ਕਰਦਾ। ਸਿੱਧੂ ਦੀ ਫੌਰੀ ਰਾਹਤ ਕੀ ਦੇ ਸਕਦੇ ਆ, ਚੰਨੀ ਦੀ, ਸਿੱਧੂ ਦੀ ਇਹ ਹਨੇਰੀ ਰਾਤ ਕਿਵੇਂ ਦੂਰ ਕਰ ਸਕਦੇ ਆ। ਜੇ ਇਸ ਰਾਹ ਤੇ ਉਹ ਚੰਗੀ ਤਰ੍ਹਾਂ ਅੱਗੇ ਵਧੇ, ਹੋ ਸਕਦਾ ਪੰਜਾਬ ਲਈ ਕੋਈ ਚੰਗੀ ਰੋਸ਼ਨੀ ਦੀ ਕਿਰਨ ਆਵੇ। ਜਿਹੜੀ ਪਾਰਟੀ ਨਹੀਂ ਵਧੂ, ਦੇਖੋ ਮੈਂ ਸਪਸ਼ਟ ਕਹਿਣਾ, ਜਾਂ ਤਾਂ ਬਦਲੋ, ਨਹੀਂ ਬਦਲੇ ਜਾਓਗੇ। ਪੰਜਾਬ ਨੇ ਬਖਸ਼ਣਾ ਨਹੀਂ ਐਤਕੀ ਕਿਸੇ ਨੂੰ। ਸਿੱਧੂ ਤੇ ਚੰਨੀ ਦਾ ਤੁਸੀਂ ਜ਼ਿਕਰ ਕੀਤਾ ਹੈ, ਇਹਨਾਂ ਦੇ ਉੱਤੇ ਗੱਲਬਾਤ ਕਰਨਾ ਚਾਹਾਂਗੇ। ਹਾਲਾਂਕਿ ਤੁਸੀਂ ਤਾਂ ਸਲਾਹਕਾਰ ਵੀ ਰਹੇ ਹੈਗੇ ਹੋ। ਸਿੱਧੂ ਦਾ ਇਸ ਵੇਲੇ ਮੂਡ ਸਮਝ ਨਹੀਂ ਆ ਰਿਹਾ। ਕਹਿੰਦੇ ਸਿੱਧੂ ਕਾਂਗਰਸ ਦੇ ਵਿੱਚ ਹੀ ਨੇ ਜਾਂ ਸਿੱਧੂ ਆਪੋਜੀਸ਼ਨ ਦਾ ਕੰਮ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ। ਚੰਨੀ ਉਹਨਾਂ ਨੂੰ ਹੀ ਘੇਰਦੇ ਹੋਏ ਨਜ਼ਰ ਆਉਂਦੇ ਨੇ। ਚੰਨੀ ਐਲਾਨ ਕਰਦੇ ਨੇ, ਸਿੱਧੂ ਉਹਨਾਂ ਨੂੰ ਹੀ ਕਾਊਂਟਰ ਕਰ ਦਿੰਦੇ ਨੇ। ਚੰਨੀ ਵਿਧਾਨ ਸਭਾ ਦੇ ਵਿੱਚ ਸਪੀਚ ਦਿੰਦੇ ਨੇ, ਸਿੱਧੂ ਬਾਹਰ ਆ ਕੇ ਪੰਜਾਬ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ। ਚੰਨੀ ਅੰਦਰ ਲੋਕਾਂ ਦੀ ਭਲੇ ਵਾਸਤੇ ਜਿਹੜੇ ਨੇ ਉਹ ਕਹਿੰਦੇ ਐਲਾਨ ਹੁੰਦੇ ਨੇ। ਇੱਧਰੋਂ ਕਹਿੰਦੇ ਨੇ ਕਿ ਖਜ਼ਾਨਾ ਕਿੱਥੋਂ ਆਊਗਾ, ਕਿੱਥੋਂ ਦੇਵਾਂਗੇ ਪੈਸੇ। ਉਹ ਹਰ ਚੀਜ਼ ਨੂੰ ਕਾਊਂਟਰ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਹਾਲ ਹੀ ਦੇ ਵਿੱਚ ਜੋ ਕੱਲ ABP ਦਾ ਸੀ ਵੋਟਰ ਸਰਵੇ ਹੋਇਆ, ਉਹਦੇ ਵਿੱਚ ਵੀ ਇਹ ਆਇਆ ਸਰਵੇ ਦੇ ਵਿੱਚ ਕਿ ਚੰਨੀ ਸਿੱਧੂ ਦੀ ਲੜਾਈ ਦੇ ਕਾਰਨ ਕਾਂਗਰਸ ਨੂੰ 65% ਤੋਂ ਵੱਧ ਲੋਕੀ ਕਹਿ ਰਹੇ ਨੇ ਕਿ ਨੁਕਸਾਨ ਹੋ ਸਕਦਾ ਹੈਗਾ। ਤਾਂ ਇਸ ਸਭ ਦੇ ਵਿਚਕਾਰ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਔਰ ਇਹਨਾਂ ਦੀ ਇਹ ਲੜਾਈ ਲੱਗਦਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਾ ਦੂਗੀ? ਇਹ ਬਹੁਤ ਸ਼ੁਭ ਸ਼ਗਨ ਆ। ਪਹਿਲੀ ਗੱਲ, ਇਹ ਲੜਾਈ ਨਹੀਂ, ਇਹ ਸੰਵਾਦ ਆ। ਜਿਹੜੀ ਢਕੀ ਰਿੱਝਦੀ ਸੀ ਨਾ, ਉਹ ਲੋਕਾਂ ਦੇ ਸਾਹਮਣੇ ਆ ਰਹੀ ਆ। ਜਿਹੜੀ ਬੁੱਕਲ 'ਚ ਰੋੜੀ ਭੰਨਦੇ ਸੀ ਨਾ, ਉਹ ਸਾਹਮਣੇ ਆ ਰਿਹਾ। ਸਿੱਧੂ ਇੱਕ ਬਹੁਤ ਵੱਡਾ ਰੋਲ ਨਿਭਾ ਰਿਹਾ। ਤੁਸੀਂ ਇਹ ਦੇਖੋ ਵੀ AG ਕਿਵੇਂ ਲੱਗਦਾ, DG ਕਿਵੇਂ ਲੱਗਦਾ, ਉਹਦੀਆਂ ਕੀ ਇੰਪਲੀਕੇਸ਼ਨ ਹੁੰਦੀਆਂ ਸਾਰੇ ਕਾਸੇ ਦੀਆਂ। ਅਤੁਲ ਨੰਦਾ ਲੱਗਿਆ ਰਿਹਾ ਜੀ ਇੱਥੇ ਹਰਿਆਣੇ ਦਾ। ਇਸ ਕਰਕੇ ਉਹ ਜਿਹੜਾ ਸਰਕਾਰੀ ਤੰਤਰ ਦੇ ਅੰਦਰ ਜਿਹੜਾ ਘਚੋਲਾ ਹਨੇਰਾ, ਉਹਨੂੰ ਸਾਹਮਣੇ ਲਿਆ ਰਿਹਾ। ਉਹ ਬਹੁਤ ਵੱਡਾ ਰੋਲ ਨਿਭਾ ਰਿਹਾ। ਜਿਹੜੀ ਪਾਰਟੀ ਅੰਦਰੂਨੀ ਜਮਹੂਰੀਅਤ ਖਤਮ ਕਰਤੀ ਸੀ, ਉਹਨੂੰ ਉਹ ਉਭਾਰ ਰਿਹਾ। ਅੱਜ ਦੀ ਹਾਲਤ 'ਚ ਕਾਂਗਰਸ ਵੀ ਇਹਨੂੰ ਪ੍ਰਵਾਨ ਕਰ ਰਹੀ ਹੈ, ਚੰਗੀ ਗੱਲ ਆ। ਐਦੋਂ ਵੱਡੀ ਗੱਲ ਇਹ ਆ, ਪਾਰਟੀਆਂ ਜਿਹੜੀਆਂ ਮੁੱਖ ਮੰਤਰੀਆਂ ਨੇ ਜੇਬਾਂ 'ਚ ਪਾ ਰੱਖੀਆਂ ਸੀ, ਜਿਹੜਾ ਐਂਟੀ ਡਿਫੈਕਸ਼ਨ ਲਾਤਾ, ਪਾਰਟੀ ਪ੍ਰਧਾਨ ਵੀ ਉਹੀ, ਮੁੱਖ ਮੰਤਰੀ ਵੀ ਇਹੀ। ਤੇ ਉਹ ਤੁਸੀਂ ਸਭ ਤੋਂ ਵੱਡਾ ਜਿਹੜਾ ਕਹਿੰਦਾ ਸੀ ਤਬਦੀਲੀ ਦਾ ਵਾਹਕ ਆ ਆਪਣਾ ਕੇਜਰੀਵਾਲ, ਤੁਸੀਂ ਦੇਖੋ ਵਾਰ-ਵਾਰ ਜਿਹੜੇ ਕਹਿੰਦੇ 2 ਉਹਦੇ ਨਹੀਂ ਲੈ ਸਕਦਾ, 2 ਪਾਈ ਫਿਰਦਾ ਨਾ ਜੇਬ 'ਚ, ਲਗਾਤਾਰ ਮਿਆਦ ਵਧਾਈ ਜਾਂਦਾ ਨਾ। ਪਾਰਟੀਆਂ 'ਤੇ ਜਿਹੜੀ ਪਰਿਵਾਰਵਾਦ ਹੋ ਗਿਆ, ਤਾਨਾਸ਼ਾਹੀ ਹੋ ਗਈ, ਜਮਹੂਰੀਅਤ ਖਤਮ ਹੋ ਗਈ। ਇੱਕ ਬਣਾਤਾ ਵੀ ਐਂ ਨਹੀਂ ਕਰਨਾ ਚਾਹੀਦਾ ਹੁੰਦਾ। ਕਿੱਥੇ ਲਿਖਿਆ ਹੋਇਆ ਹੁੰਦਾ ਜੀ ਕਿਉਂ ਨਹੀਂ ਕਰਨਾ ਚਾਹੀਦਾ? ਜਦੋਂ ਤੁਸੀਂ ਇੱਕ ਲਾਂਘਾ ਭੰਨਦੇ ਹੋ, ਉਦੋਂ ਜ਼ੋਰ ਵੀ ਲੱਗਦਾ, ਉਦੋਂ ਹਲਚਲ ਵੀ ਹੁੰਦੀ ਆ।
ਸਿੱਧੂ ਪਾਰਟੀ ਤੇ ਸਰਕਾਰਾਂ ਦਾ ਰਿਸ਼ਤਾ ਕੀ ਆ ਉਹ ਸਾਹਮਣੇ ਲਿਆ ਰਿਹਾ। ਚੰਨੀ ਵੀ ਕਹਿੰਦਾ ਪਾਰਟੀ ਸੁਪਰੀਮ ਹੁੰਦੀ ਆ, ਪਾਰਟੀ ਦੇ ਵਿਚਾਰਧਾਰਾ ਫੈਸਲੇ ਸਰਕਾਰ ਨੇ ਲਾਗੂ ਕਰਨੇ ਹੁੰਦੇ ਨੇ, ਪਾਰਟੀ ਨੇ ਨਿਗਰਾਨੀ ਕਰਨੀ ਹੁੰਦੀ ਆ। ਜੇ ਤਾਂ ਸਿਰਫ ਇਹੀ ਆ ਕੈਪਟਨ ਬਦਲ ਗਿਆ ਤੇ ਉਸ ਤੋਂ ਬਾਅਦ ਉਸੇ ਰਾਹ ਤੇ ਮੌਜਾਂ ਲੁੱਟਣੀਆਂ ਨੇ, ਇਹ ਤਾਂ ਸਿੱਧੂ ਨੂੰ ਪ੍ਰਵਾਹ ਨਹੀਂ। ਫਿਰ ਸਿੱਧੂ ਉਹ ਗੱਲ ਸਾਹਮਣੇ ਲੈ ਕੇ ਆ ਰਿਹਾ, ਜਦੋਂ ਪਾਰਟੀ ਹੁੰਗਾਰਾ ਨਹੀਂ ਦਿੰਦੀ ਉਹ ਲੋਕਾਂ ਦੇ ਵਿੱਚ ਵੀ ਜਾਂਦਾ, ਜਦੋਂ ਲੋਕ ਆਉਂਦੇ ਨੇ ਫਿਰ ਪਾਰਟੀ ਬਦਲ ਰਹੀ ਹੈ ਨਾ ਜੀ। ਸੋ ਇਸ ਕਰਕੇ ਸਿੱਧੂ ਜਮਹੂਰੀਅਤ ਦੇ ਝੰਡੇ ਬੁਲੰਦ ਕਰ ਰਿਹਾ। ਲੋਕੀ ਇਦਾਂ ਵੀ ਸੋਚਣ ਲੱਗ ਗਏ ਨੇ, ਕਹਿੰਦੇ ਸਿੱਧੂ ਇਦਾਂ ਸਮਝ ਰਿਹਾ ਜਾਂ ਸਿੱਧੂ ਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਉਹਦੀ ਪੋਪੂਲੈਰਿਟੀ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ। ਚੰਨੀ ਹੋਣੀ ਜੋ ਕੰਮ ਕਰ ਰਹੇ ਨੇ ਉਹ ਸਾਰਾ ਕ੍ਰੈਡਿਟ ਚੰਨੀ ਉਹਨਾਂ ਨੂੰ ਜਾ ਰਿਹਾ ਔਰ ਚੰਨੀ ਉਹਨਾਂ ਦੀ ਪੋਪੂਲੈਰਿਟੀ ਵੱਧ ਰਹੀ ਹੈ। ਔਰ ਜਿਹੜੀ ਆਪਾਂ ਸਰਵੇ ਦੀ ਗੱਲ ਕਰ ਰਹੇ ਸੀ, ਸਰਵੇ ਦੇ ਵਿੱਚ ਵੀ ਆਇਆ ਕਿ ਚੰਨੀ ਦੀ ਪੋਪੂਲੈਰਿਟੀ ਕਾਫੀ ਵਧੀ ਹੈ। ਨੰਬਰ 1 ਜੇਕਰ ਅੱਜ ਦੇ ਆਪਾਂ ਟਾਈਮ ਦੀ ਗੱਲ ਕਰਦੇ ਹਾਂ ਤਾਂ ਇਸ ਵੇਲੇ ਸਭ ਤੋਂ ਪਹਿਲੀ ਪਸੰਦ ਪੰਜਾਬੀਆਂ ਦੀ ਚੰਨੀ ਹੋਣੀ ਬਣ ਕੇ ਉੱਭਰੇ ਨੇ ਔਰ ਸਿੱਧੂ ਉਹਨਾਂ ਦੀ 4.7% ਦੇ ਉੱਤੇ ਪੋਪੂਲੈਰਿਟੀ ਰਹਿ ਗਈ ਹੈਗੀ ਹੈ। ਫਿਰ ਕੀ ਕਾਰਨ ਹੈ? ਲੋਕੀ ਜੇ ਸਿੱਧੂ ਇਹ ਚੀਜ਼ਾਂ ਨੂੰ ਉਜਾਗਰ ਕਰ ਰਿਹਾ ਤਾਂ ਕਿਉਂ ਨਹੀਂ ਪਸੰਦ ਕਰ ਰਹੇ? ਕਿ ਸਿੱਧੂ ਬੜਬੋਲੇ ਨੇ, ਸਿੱਧੂ ਹਰ ਚੀਜ਼ ਨੂੰ ਆਪਣੇ ਤਰੀਕੇ ਦੇ ਨਾਲ ਰੱਖ ਦਿੰਦੇ ਨੇ, ਉਹਨਾਂ ਦੇ ਵਿੱਚ ਸਟੇਬਿਲਿਟੀ ਨਹੀਂ ਹੈਗੀ, ਇਸ ਦਾ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ? ਪਹਿਲੀ ਗੱਲ ਤੁਸੀਂ ਇਹ ਦੱਸੋ, ਸਿੱਧੂ ਦਾ ਨਾਂ ਰੱਖਿਆ ਸੁਖਬੀਰ ਨੇ ਮਿਸਗਾਈਡਡ ਮਿਜ਼ਾਈਲ, ਪਰ ਐਂ ਦੱਸੋ ਉਹਨੇ ਆਪਦੇ ਨਿਸ਼ਾਨੇ ਤੋਂ ਬਿਨਾਂ ਗਲਤ ਨਿਸ਼ਾਨਾ ਕਿੱਥੇ ਲਾਇਆ? ਸਿੱਧੂ ਆਪਦੇ ਵਿਚਾਰਾਂ ਪ੍ਰਤੀ ਸਭ ਤੋਂ ਵੱਧ ਗਾਈਡਡ ਮਿਸਾਈਲ ਆ, ਜਿਹਨੇ ਕੋਈ ਸਮਝੌਤਾ ਨਹੀਂ ਕੀਤਾ, ਜਿਹਨੇ ਅਹੁਦਿਆਂ ਨੂੰ ਵੀ ਛੱਡਿਆ ਤੇ ਵਿਚਾਰ ਤੇ ਨਹੀਂ ਉਹ ਬਦਲਿਆ। ਸਿੱਧੂ ਉਹ ਬੰਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਜਿਹਨੇ ਆਪਦਾ ਪ੍ਰਵਚਨ ਉਸਾਰਿਆ, ਕੈਪਟਨ ਹਰਸਿਮਰਤ, ਟੋਟਲ ਨੈਸ਼ਨਲ ਮੀਡੀਆ ਦੇਸ਼ ਦਾ ਗਦਾਰ ਆਇਆ। ਆਪਾਂ ਕਹਿੰਦੇ ਮੈਂ 1 ਇੰਚ ਪਿੱਛੇ ਨਹੀਂ ਹਟਦਾ, ਬਈ ਜੀ ਉਹ ਇੱਕ ਸੂਤ ਭੂਰਾ ਪਿੱਛੇ ਨਹੀਂ ਹਟਿਆ। ਤੇ ਅੱਜ ਜਦੋਂ ਉਹੀ ਕਰਤਾਰਪੁਰ ਦਾ ਲਾਂਘਾ ਬੰਦ ਆ, ਉਹ ਆ ਨਾ ਉੱਥੇ ਜਾ ਕੇ ਪਹੁੰਚਿਆ, ਉੱਥੇ ਜਾ ਕੇ ਅਰਦਾਸ ਕੀਤੀ ਹੈ ਨਾ, ਤੇ ਇਹ ਕਿਹਾ ਹਾਕਮਾਂ ਮੂਹਰੇ ਅਰਜ਼ੋਈਆਂ ਕਰ ਕਰ ਥੱਕ ਗਏ, ਮੁੜ ਕੇ ਬਾਬੇ ਨਾਨਕ ਦੇ ਦਰ ਤੇ ਫੇਰ ਆਇਆ, ਇਹ ਲਾਂਘਾ ਖੁੱਲੂਗਾ। ਤੇ ਨਾਲ ਉਹਨੇ ਇਹ ਕਿਹਾ ਇਹ ਲਾਂਘਾ ਬੰਦ ਆ, ਜਿੰਨੀਆਂ ਸ਼ਰਤਾਂ ਲਾਈਆਂ ਸੀ ਸਰਕਾਰ ਨੇ ਉਹ ਇੰਨੀਆਂ ਲਾਈਆਂ ਸੀ ਜਿਵੇਂ ਬੱਕਰੀ ਦੁੱਧ ਦਿੰਦੀ ਹੈ ਨਾ ਮਿੰਗਣਾ ਘੋਲ ਕੇ। ਇਹਨਾਂ ਨੇ ਪਾਸਪੋਰਟ ਚਾਹੀਦਾ ਜੀ, ਜੇ ਚਾਹੀਦਾ ਉਹ ਚਾਹੀਦਾ, ਪਰ ਉਹਨਾਂ ਨੇ ਨਾਲ ਇੱਕ ਅੱਡ ਰਾਹ ਰੱਖਿਆ ਸੀ ਵੀ ਇੱਕ ਥਾਂ ਤੇ ਵੱਡੀਆਂ ਦੂਰਬੀਨਾਂ ਵੀ ਲਾਈਆਂ ਜਾਣਗੀਆਂ ਤਾਂ ਕਿ ਜਿਹੜੇ ਬੰਦੇ ਉਹ ਸ਼ਰਤਾਂ ਪੂਰੀਆਂ ਕਰਕੇ ਉਹ ਉੱਥੇ ਨਹੀਂ ਜਾ ਸਕਦੇ, ਉਹ ਉੱਥੋਂ ਨੇੜਿਓਂ ਵੱਡੀਆਂ ਦੂਰਬੀਨਾਂ ਰਾਹੀਂ ਦਰਸ਼ਨ ਕਰ ਸਕਣ। ਉਹਨੇ ਉਹ ਗੱਲ ਵੀ ਉਭਾਰੀ ਆ ਵੀ ਤੁਸੀਂ ਉਹ ਵਾਅਦਾ ਵੀ ਨਹੀਂ ਪੂਰਾ ਕੀਤਾ, ਪਹਿਲਾਂ ਨਾਲੋਂ ਜਿਹੜਾ ਵੱਧ ਕਰ ਸਕਦੇ ਹੋ ਲਾਂਘਾ ਖੁੱਲ੍ਹਣਾ ਚਾਹੀਦਾ। ਤੇ ਹੋਰ ਕਿਹੜਾ ਬੋਲਿਆ ਜੀ ਉਹਦੇ ਬਾਰੇ? ਚਿੱਠੀਆਂ ਲਿਖੀਆਂ ਨੇ ਨਾ ਜੀ, ਚਿੱਠੀਆਂ ਲਿਖਣ ਤੋਂ ਬਿਨਾਂ ਤੁਸੀਂ ਇਹ ਦੱਸੋ ਖੇਤੀ ਮਾਡਲ ਬਾਰੇ ਉਹਨੇ ਕੱਪ ਦੀ ਗੱਲ ਰੱਖੀ, ਅੱਜ ਵੀ ਉੱਥੇ ਖੜਾ। ਉਹ ਅੱਜ ਵੀ ਕਿਸਾਨਾਂ ਨੂੰ ਕਹਿੰਦਾ ਖੇਤੀ ਬਿੱਲ ਰੱਦ ਹੋਣਗੇ, ਤੁਹਾਡੀ ਜਿੱਤ ਹੋਊਗੀ, ਪਰ ਖੇਤੀ ਸੰਕਟ ਤਾਂ ਫੇਰ ਵੀ ਉੱਥੇ ਹੀ ਖੜਾ। ਆਓ ਆਪਾਂ ਬੈਠ ਕੇ ਇਹਦਾ ਹੱਲ ਦਾ ਕੋਈ ਰੋਡ ਮੈਪ ਕਰੀਏ। ਕੋਈ ਲੀਡਰ ਕਹਿੰਦਾ, ਕੋਈ? ਇਹ ਸਾਰੇ ਤਾਂ ਕਹਿੰਦੇ ਨੇ ਸਿੱਧੂ ਬੜਬੋਲਾ। ਬਾਈ ਜੀ ਜਿਹੜਾ ਹੱਕ ਸੱਚ ਤੇ ਇਨਸਾਫ ਲਈ ਕਰੇ, ਇਹ ਤਾਂ ਹੁਣ ਬੁੱਕਲ ਚ ਰੋੜੀ ਭਰਦੇ ਨੇ ਨਾ ਵੀ ਉਹ ਸਿੱਧੂ ਜਾ ਕੇ ਚੰਨੀ ਦੇ ਕੰਨ 'ਚ ਕਹਿ ਦੇ, ਜੇ ਉਹ ਨਹੀਂ ਮੰਨਦਾ ਫਿਰ ਉਹ ਚੁੱਪ ਰਹੇ। ਅਸਲ ਗੱਲ ਕੀ ਆ ਬਾਈ ਜੀ, ਚੰਨੀ ਨੂੰ ਸਿੱਧੂ ਦੀ ਮੰਨਣੀ ਚਾਹੀਦੀ ਆ, ਚੰਨੀ ਨੂੰ ਸਿੱਧੂ ਕੋਲੋਂ ਆ ਕੇ ਸਲਾਹ ਲੈਣੀ ਚਾਹੀਦੀ ਆ, ਚੰਨੀ ਨੂੰ ਸਿੱਧੂ ਨੂੰ ਦੱਸਣਾ ਚਾਹੀਦਾ ਭਾਈ ਸਾਡੀ ਆਹ ਮਜਬੂਰੀਆਂ ਨੇ ਆਏ ਨੇ, ਉਹਦਾ ਕੋਈ ਹੱਲ ਕੱਢਣਾ ਚਾਹੀਦਾ। ਸਿੱਧੂ ਨੂੰ ਚੰਨੀ ਕੋਲੇ ਨਹੀਂ ਜਾਣਾ ਚਾਹੀਦਾ। ਜਿਹੜੇ ਉਲਟੇ ਬਾਂਸ ਇਹਨਾਂ ਨੇ ਬਰੇਲੀ ਨੂੰ ਭੋਏ ਨੂੰ ਤੁਰੀ ਆ, ਕਿਉਂਕਿ ਮੁੱਖ ਮੰਤਰੀ ਹੈਗੇ ਨੇ, ਮੁੱਖ ਮੰਤਰੀ ਆਪ ਇੰਨਾ ਸਮਰਥ ਹੈਗਾ ਕਿ ਉਹ ਫੈਸਲੇ ਆਪਣੇ ਤੌਰ ਦੇ ਉੱਤੇ ਲੈ ਸਕਣ। ਸਿੱਧੂ ਦੇ ਕੋਲ ਹੀ ਕਿਉਂ ਜਾਣਾ ਪਵੇ? ਮੁੱਖ ਮੰਤਰੀ ਆਪਣੇ ਤੌਰ ਦੇ ਉੱਤੇ ਫੈਸਲੇ ਕਿਉਂ ਨਾ ਲੈ? ਮੁੱਖ ਮੰਤਰੀ ਜੋ ਕਾਂਗਰਸ ਹਾਈ ਕਮਾਂਡ ਦਾ ਏਜੰਡਾ 18 ਨਕਾਤੀ ਕੰਮ ਕਰੂ ਏਜੰਡਾ, ਜੋ ਪੰਜਾਬ ਕਾਂਗਰਸ ਦਾ 5 ਨਕਾਤੀ ਕੰਮ ਕਰੂ ਏਜੰਡਾ, ਉਹਦੇ ਅਨੁਸਾਰ ਫੈਸਲੇ ਲਵੇ। ਕੋਈ ਲੋੜ ਨਹੀਂ ਕਿਸੇ ਨੂੰ ਕਿਸੇ ਕੋਲ ਜਾਣ ਦੀ। ਜਦੋਂ ਫੈਸਲਿਆਂ ਤੋਂ ਤਿਲਕਦਾ ਉਧਰ ਨਹੀਂ ਤੁਰਦਾ, ਸਿਰਫ ਪੁਰਾਣੇ ਰਾਹ ਤੁਰਦਾ, ਫਿਰ ਪਾਰਟੀ ਨੂੰ ਦਖਲਅੰਦਾਜ਼ੀ ਕਰਨੀ ਪਊ ਨਾ ਜੀ। ਪਾਰਟੀ ਜਦੋਂ ਸਵਾਲ ਕਰਦੀ ਆ, ਏਜੀ ਤੇ ਰੌਲਾ ਪੈ ਗਿਆ ਜੀ, ਡੀਜੀ ਤੇ ਰੌਲਾ ਪੈ ਗਿਆ ਜੀ, ਤੁਸੀਂ ਬਦਲੀਆਂ ਤੇ ਲੱਕ ਬੰਨ ਲਿਆ ਸਾਰਿਆਂ ਨੇ। ਕਿਸੇ ਨੇ ਆਪਦਾ ਜਵਾਈ ਲਵਾ ਲਿਆ, ਕਿਸੇ ਨੇ ਆਪਦਾ ਭਾਣਜਾ ਲਵਾ ਲਿਆ, ਕਿਸੇ ਨੇ, ਸਾਰੇ ਤੁਸੀਂ ਆਪਦੇ ਬੰਦੇ ਲਵਾਉਣ ਤੇ ਲੱਗੇ ਹੋਏ ਹੋ। ਆ ਨੌਕਰੀਆਂ ਤੁਸੀਂ ਉਹ ਗੱਲ ਕਰਨ ਲੱਗੇ ਹੋ ਜਿਹੜੀ ਲੋਕਾਂ ਨੂੰ ਇਹ ਆਸ ਸੀ ਵੀ ਸਿੱਧੂ ਦੇ। ਦੇਖੋ ਸਿੱਧੂ ਤੋਂ ਬਿਨਾਂ ਬਰੋਟਾ ਤਾਂ ਪੱਟੇ ਨਹੀਂ ਜਾਣਾ ਸੀ। ਰਘੁਨੰਦਨ ਲਾਲ ਭਾਟੀਆ ਦਾ ਬਰੋਟਾ ਤਾਂ ਸਿੱਧੂ ਨਹੀਂ ਪੱਟਿਆ ਨਾ ਜੀ, ਬਾਦਲਾਂ ਦਾ ਬਰੋਟਾ ਤਾਂ ਸਿੱਧੂ ਨਹੀਂ ਪੱਟਿਆ ਨਾ ਜੀ। ਸੋ ਇਹ ਕੈਪਟਨ ਦਾ ਵੀ ਸਿੱਧੂ ਨੇ ਪੱਟਿਆ। ਤੁਸੀਂ ਉਹ ਵਿਚਾਰਧਾਰਾ, ਉਹ ਏਜੰਡਾ ਫਾਲੋ ਕਰੋ ਜਿਹਦੇ ਵਿੱਚ ਲੋੜ ਹੀ ਪੈਣੀ ਕਿਸੇ ਕੋਲ ਜਾਣ ਦੀ। ਕੈਪਟਨ ਦਾ ਬਰੋਟਾ ਪੱਟਣ ਵਾਲੇ ਤਾਂ ਮਾਝਾ ਐਕਸਪ੍ਰੈਸ ਵਾਲੇ ਆਪਾਂ ਮੰਨ ਸਕਦੇ ਹਾਂ। ਸਿੱਧੂ ਦਾ ਇੱਕ ਉਹਨਾਂ ਨੇ ਜ਼ਰੀਆ ਲੱਭਿਆ ਸੀ, ਉਹਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਈ ਸੀਗੀ ਤੇ ਫਿਰ ਕੈਪਟਨ ਨੂੰ ਲਾ ਦਿੱਤਾ। ਲੱਗਦਾ ਕਿ ਸਿੱਧੂ ਦਾ ਵੀ ਉਹ ਇਸਤੇਮਾਲ ਹੋਇਆ ਹੈਗਾ ਉਹ ਬਰੋਟਾ ਪੱਟਣ ਦੇ ਵਿੱਚ। ਜੇਕਰ ਸਿੱਧੂ ਕੱਲਾ ਲੱਗਦਾ ਤਾਂ ਸ਼ਾਇਦ ਉਹ ਅੱਜ ਇਸ ਮੁਕਾਮ ਦੇ ਉੱਤੇ ਨਾ ਪਹੁੰਚ ਪਾਉਂਦਾ, ਕਿਉਂਕਿ ਪਹਿਲਾਂ ਵੀ 1.5 ਸਾਲ ਤੋਂ ਘਰੇ ਹੀ ਬੈਠੇ ਹੋਏ ਸੀ ਸਿੱਧੂ ਹੋਣੀ, ਕੋਈ
ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਗੱਲ ਨੂੰ ਗੋਲਿਆ ਨਹੀਂ ਜਾ ਰਿਹਾ ਸੀਗਾ, ਟਵੀਟ ਘਰੋਂ ਬੈਠੇ ਹੀ ਕਰ ਰਹੇ ਸੀ। ਪਰ ਜਿਸ ਤਰੀਕੇ ਨਾਲ ਮਾਝਾ ਬ੍ਰਿਗੇਡ ਉਹਨਾਂ ਨੇ ਫਿਰ ਉਹਨਾਂ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਔਰ ਫਿਰ ਹੀ ਜਾ ਕੇ ਉਸ ਦੇ ਵਿੱਚ ਉਹ ਕਾਮਯਾਬ ਹੋਏ ਨੇ। ਨਹੀਂ, ਇਹ ਗੱਲ ਨੂੰ ਅਸੀਂ ਵੱਖ ਤਰ੍ਹਾਂ ਦੇਖੋ। ਪਹਿਲੀ ਗੱਲ, ਉਹ 1.5 ਸਾਲ ਘਰੇ ਨਹੀਂ ਬੈਠਿਆ, ਲਗਾਤਾਰ ਉਹ ਵਿਚਾਰਾਂ ਦਾ ਯੁੱਧ ਕਰਦਾ ਰਿਹਾ। ਟਵਿੱਟਰ ਤੇ ਹੀ ਕਰਦੇ ਰਹੇ, ਬਾਹਰ ਤਾਂ ਮੈਦਾਨ ਦੇ ਵਿੱਚ ਆ ਕੇ ਤਾਂ ਕਦੀ ਨਹੀਂ ਉਹਨਾਂ ਦੇ ਵਿੱਚ ਆ ਕੇ ਫਿਰ ਤੁਸੀਂ ਕਹਿੰਦੇ ਪਾਰਟੀ ਦੀ ਉਲੰਘਣਾ ਕਰਦਾ। ਜੇ ਮੰਨ ਲਓ ਪਾਰਟੀ 'ਚ ਜਾ ਕੇ ਲਾਮਬੰਦੀ ਕਰਨ ਲੱਗ ਜਾਂਦਾ ਆਪਦੇ ਵਿਚਾਰਾਂ ਤੇ, ਫਿਰ ਤੁਸੀਂ ਕਹਿਣਾ ਸੀ ਆਹ ਤਾਂ ਬੜੀ ਉਲੰਘਣਾ ਜੀ, ਆਪਦੇ ਵਿਚਾਰ ਪਾਰਟੀ 'ਚ ਰੱਖੇ। ਜੇ ਉਹ ਨਾ ਬੋਲਦਾ ਫਿਰ ਤੁਸੀਂ ਕਹਿਣਾ ਸੀ ਹੁਣ ਤੱਕ ਨਹੀਂ ਬੋਲਿਆ। ਇੰਡੀਅਨ ਓਵਰਸੀਜ਼ ਕਾਂਗਰਸ ਨੂੰ ਉਹਨੇ ਸੰਬੋਧਨ ਕੀਤਾ, ਉਹਨੇ ਡਿਟੇਲ ਦੱਸਿਆ ਪੰਜਾਬ ਦਾ ਸੰਕਟ ਕੀ ਆ, ਪੰਜਾਬ ਦੇ ਸਿਆਸਤਦਾਨ ਪੰਜਾਬ ਦੀ ਲੁੱਟ 'ਚ ਭਾਈਵਾਲ ਕਿਵੇਂ ਨੇ ਦਿੱਲੀ ਨਾਲ, ਐਡੀਆਂ ਵੱਡੀਆਂ ਗੱਲਾਂ ਕੀਤੀਆਂ। ਨੋ ਡਾਊਟ ਉਹਨਾਂ ਦੇ ਸਾਰੇ ਮੁੱਦੇ ਆਪਾਂ ਵਾਜਿਬ ਮੰਨਦੇ ਹੈਗੇ, ਪਰ ਲੋਕੀ ਇਹ ਚੀਜ਼ ਮਹਿਸੂਸ ਕਰਦੇ ਨੇ ਕਿ ਸਿੱਧੂ ਉਹਨਾਂ ਦਾ ਜੋ ਚੱਕਣ ਦਾ ਤਰੀਕਾ ਹੈਗਾ, ਜਾਂ ਕਹਿ ਲਓ ਕਿ ਜੋ ਇੱਕ ਸਟੇਬਿਲਿਟੀ ਇੱਕ ਸਿਆਸਤਦਾਨ ਦੇ ਵਿੱਚ ਹੁੰਦੀ ਹੈ, ਜੋ ਠਹਿਰਾਅ ਹੁੰਦਾ ਹੈ, ਉਹ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ। ਸਿੱਧੂ ਉਹਨਾਂ ਦੀ ਤੁਸੀਂ ਕੋਈ ਵੀ ਪ੍ਰੈਸ ਕਾਨਫਰੰਸ ਸੁਣ ਲਓ, ਦੇਖ ਲਓ, ਉਹਦੇ ਵਿੱਚ ਮੈਂ ਕਿੰਨੀ ਵਾਰੀ ਆਉਂਦਾ ਹੈ ਉਹ ਤੁਸੀਂ ਆਪ ਭਾਵੇਂ ਗਿਣ ਲਿਓ, ਤੁਹਾਨੂੰ ਪਤਾ ਅੰਦਾਜ਼ਾ ਲੱਗ ਜਾਊਗਾ। ਠੀਕ ਆ ਜੀ, ਅੰਦਾਜ਼ ਦੇ ਮਤਭੇਦ ਹੁੰਦੇ ਨੇ, ਵਿਆਖਿਆ ਦੇ ਮਤਭੇਦ ਹੁੰਦੇ ਨੇ, ਉਹ 'ਚ ਸੁਧਾਰ ਵੀ ਹੁੰਦੇ ਰਹਿੰਦੇ ਨੇ। ਜਦੋਂ ਇਕੱਲਾ ਬੰਦਾ ਲੜ ਰਿਹਾ ਉਦੋਂ ਮੈਂ ਕਹਿੰਦਾ, ਜਦੋਂ ਟੀਮ ਬਣਾ ਕੇ ਲੜਨਗੇ ਫਿਰ ਅਸੀਂ ਕਹਿਣ ਲੱਗ ਜਾਣਗੇ। ਜਦੋਂ ਗਾਹਾਂ ਦੇਖੋ ਇਬਾਰਤ ਬਦਲਦੀ ਰਹਿੰਦੀ ਆ। ਜਿਹੜੀ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ, ਬਦਲਾਅ 'ਚ ਨਾ 3 ਧਿਰਾਂ ਸ਼ਾਮਲ ਹੋਈਆਂ। ਇੱਕ ਹੋਇਆ ਨਵਜੋਤ ਸਿੰਘ ਸਿੱਧੂ, ਇੱਕ ਉਹਦੀ ਲਾਈਨ ਸੀ ਕਾਂਗਰਸ 'ਚ ਬਦਲਾਅ ਆ ਹੋਣਾ ਚਾਹੀਦਾ, ਇਹਨੂੰ ਆਹ ਲੀਹ ਤੇ ਆਉਣੀ ਚਾਹੀਦੀ ਆ। ਇੱਕ ਸੀ ਮੰਤਰੀਆਂ ਦਾ ਇਹ ਸੀ ਵੀ ਸਾਡੇ ਤੇ ਸੈਕਟਰੀ ਨਹੀਂ ਫੋਨ ਚੱਕਦੇ, ਸਾਡੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ। ਤੇ ਜਿਹੜੇ ਉਹਦੇ ਸਭ ਤੋਂ ਨੇੜੇ ਸੀ, ਜਦੋਂ ਉਹਨਾਂ ਨੂੰ ਉਹਨਾਂ ਦਾ ਵੱਡਾ ਬਾਬੂ ਝਾੜਨ ਲੱਗ ਗਿਆ ਆਪਣੇ ਸੁੱਖ ਸਰਕਾਰੀਏ ਵਰਗਿਆਂ ਨੂੰ, ਤੇ ਉਹਨਾਂ ਨੇ ਗੁੱਸਾ ਖਾਦਾ ਉਹ ਤੋਂ ਵੀ ਯਾਰ ਸਾਨੂੰ ਜ਼ੀਰੋ ਬਣਾ ਰੱਖਿਆ। ਇੱਕ ਸੀ ਐਮਐਲਏ ਨੂੰ ਇਹ ਲੱਗਿਆ ਵੀ ਜੋ ਸਰਕਾਰ ਦਾ ਹਾਲ ਆ, ਕੈਪਟਨ ਦੀ ਅਗਵਾਈ 'ਚ ਚੋਣਾਂ ਤਾਂ ਜਿੱਤੀ ਨਹੀਂ ਜਾ ਸਕਦੀਆਂ, ਉਹ ਚੋਣਾਂ ਜਿੱਤਣ ਖਾਤਰ ਅੱਗੇ ਆਏ, ਉਹ ਆਪਦੇ ਮਹਿਕਮਿਆਂ ਦੇ ਵਿੱਚ ਆਪਦੀ ਹੋਰ ਪਕਾਉਣ ਖਾਤਰ ਅੱਗੇ ਆਏ, ਸਿੱਧੂ ਬਦਲਾਅ ਖਾਤਰ ਅੱਗੇ ਆਇਆ। ਇਹਨਾਂ ਦਾ ਸੰਗਮ ਹੋ ਗਿਆ, ਹਰ ਇੱਕ ਦਾ ਆਪੋ ਆਪਣਾ ਰੋਲ ਆ। ਕੈਪਟਨ ਬਦਲਿਆ ਗਿਆ, ਪਰ ਬਦਲ ਤੋਂ ਬਾਅਦ ਕੀ ਕਾਰਜਸ਼ੈਲੀ ਬਦਲੇ ਜਾਂ ਨਾ ਬਦਲੇ, ਕੀ ਸੇਧ ਬਦਲੇ ਜਾਂ ਨਾ ਬਦਲੇ, ਇੱਥੇ ਸੀ ਸਭ ਤੋਂ ਵੱਡਾ ਡਿੱਕਾ। ਇਹ 'ਚ ਸਭ ਤੋਂ ਵੱਡਾ ਡਿੱਕਾ ਪਾਇਆ ਮਨਪ੍ਰੀਤ ਸਿੰਘ ਬਾਦਲ ਨੇ, ਜਿਹੜਾ ਪਿੱਛੇ ਰਹਿ ਕੇ, ਜਿਹੜਾ 6 ਦਿਨ ਦਿੱਲੀ ਬੈਠ ਕੇ ਜੋ ਉਹਨੇ ਕਾਰਗੁਜ਼ਾਰੀ ਕੀਤੀ। ਕੇਰਾ ਹਟਾਤਾ ਜੀ, ਮਹਿੰਦਰਾ ਉੱਥੋਂ ਵੀ ਹਟਾਤਾ, DCM ਤੋਂ ਮੁੜ ਕੇ 2 ਨੰਬਰ ਤੇ ਲਿਆਂਦਾ ਜੀ, ਮੁੜ ਕੇ ਆਹ ਮੰਤਰੀ ਲਿਆਂਦਾ ਜੀ, ਨਾਗਰਾ ਕੱਟ ਗਿਆ ਜੀ, ਕੋਟਲੀ ਲਿਆਂਦਾ ਜੀ। ਇਹ ਸਥਾਪਤੀ ਦਾ ਪੈਰੋਕਾਰ ਸੀ, ਉਹ ਨਹੀਂ ਚੱਲੀ ਜੋ ਉਹਨੇ ਕੀਤੀ ਸੀ, ਉਹ ਚੈਲੰਜ ਹੋ ਗਈ, ਉਹ 'ਚ ਬਦਲਾਅ ਆ ਰਿਹਾ। ਇਹ ਬਦਲਾਅ ਵਿਧਾਨ ਸਭਾ ਦੇ ਵਿੱਚ ਸਿਰ ਚੜ੍ਹ ਕੇ ਬੋਲਿਆ, ਜਿਹਦੇ ਵਿੱਚ ਸਭ ਤੋਂ ਵੱਧ ਜੇ ਮੈਂ ਕਹਿੰਦਾ ਖਿੱਲੀ ਉੜੀ ਆ, ਉਹ ਮਨਪ੍ਰੀਤ ਸਿੰਘ ਬਾਦਲ ਦੀ ਉੜੀ ਆ, ਜਿਹੜਾ ਇੰਨੇ ਸਾਲਾਂ ਦਾ ਖਜ਼ਾਨੀ ਮੰਤਰੀ, ਜਿਹਦੇ ਵੇਲੇ ਸਾਰੇ ਸਮਝੌਤੇ ਹੋਏ, ਖੇਤੀ ਕਾਨੂੰਨਾਂ ਦੀਆਂ ਮੀਟਿੰਗਾਂ 'ਚ ਵੀ ਜਿਹੜਾ ਗਿਆ, ਜਿਹੜਾ ਕੁਛ ਅੱਜ ਰੱਦ ਹੋਇਆ, ਮਨਪ੍ਰੀਤ ਨੇ ਜੋ ਵਕਾਲਤ ਕੀਤੀ ਆ ਉਹ ਰੱਦ ਹੋਇਆ। ਕੋਲੇ ਬਿਠਾ ਕੇ ਮਨਪ੍ਰੀਤ ਨੂੰ ਕਿਹਾ ਨਾ ਖਜ਼ਾਨਾ ਖਾਲੀ ਹੈ, ਨਾ ਸੀ, ਨਾ ਰਹੇਗਾ। ਜਾਂ ਤਾਂ ਦੋਹਾਂ 'ਚ ਇੱਕ ਝੂਠ ਬੋਲਦਾ, ਜਾਂ ਦੋਹਾਂ ਨੇ ਰਲ ਕੇ ਝੂਠ ਬੋਲਣ ਦੀ ਸੋਚੀ ਸੀ। ਪਰ ਕਿਉਂਕਿ ਹੁਣ ਗੱਲਾਂ ਸਾਹਮਣੇ ਆ ਗਈਆਂ, ਹੁਣ ਸਿੱਧੂ ਫੇਰ ਆ ਗਿਆ ਮੈਦਾਨ 'ਚ। ਉਹ ਕਹਿੰਦਾ ਆਮਦਨ ਦੇ ਆਧਾਰ ਤੇ ਸਹੂਲਤਾਂ ਦੇਵਾਂਗੇ, ਆਮਦਨ ਦੇ ਸੋਰਸ ਕ੍ਰੀਏਟ ਕਰਨੇ ਪੈਣਗੇ, ਹੋਰ ਵੀ ਮਸਲੇ ਹੱਲ ਕਰਾਂਗੇ। ਸੋ ਇੱਕ ਸੰਵਾਦ ਆ। ਤੁਸੀਂ ਕਹਿੰਦੇ ਲੋਕ ਕਹਿੰਦੇ ਨੇ, ਬਾਈ ਜੀ ਇਹਨਾਂ ਨੇ ਲੋਕਾਂ ਨੂੰ ਕਮਲੇ ਬਣਾਇਆ ਹੋਇਆ ਨਾ, ਪਹਿਲਾਂ ਲੋਕਾਂ ਦੇ ਸੋਚਣ ਦਾ ਤਰੀਕਾ ਬਦਲਿਆ ਹੋਇਆ, ਇਸ ਕਰਕੇ ਲੋਕ ਆਪਦੀ ਥਾਂ ਤੇ ਗਲਤ ਨਹੀਂ। ਕਿਉਂਕਿ ਇਹਨਾਂ ਨੇ ਐਂ ਦੇਖਿਆ ਵੀ 100 ਪੁੱਤਾਂ ਵਾਂਗੂ ਯਾਰ ਐਂ ਜੇ ਚੱਲਦਾ ਹੁੰਦਾ, ਐਂ ਨਹੀਂ ਕਹਿਣਾ ਚਾਹੀਦਾ, ਐਂ ਨਹੀਂ ਕਹਿਣਾ ਚਾਹੀਦਾ। ਜੰਗ ਤੇ ਅਮਨ ਦੀ ਭਾਸ਼ਾ ਇੱਕ ਨਹੀਂ ਹੁੰਦੀ, ਇਹ ਜੰਗ ਆ ਵਿਚਾਰਾਂ ਦਾ, ਅੰਦਰ ਵੀ ਆ ਤੇ ਬਾਹਰ ਵੀ ਆ। ਇਸ ਕਰਕੇ ਭਾਸ਼ਾ ਵਿਗਿਆਨੀ ਨਹੀਂ ਬਣਨਾ ਚਾਹੀਦਾ, ਉਪਦੇਸ਼ਕ ਨਹੀਂ ਬਣਨਾ ਚਾਹੀਦਾ। ਵਿਚਾਰ ਕੀ ਆ, ਸੱਚ ਕੀ ਆ, ਝੂਠ ਕੀ ਆ, ਉਹਦੇ ਨਾਲ ਖੜਨਾ ਚਾਹੀਦਾ। ਇਹਦੇ ਵਿੱਚ ਸਿਆਸਤਦਾਨਾਂ ਦਾ ਭਲਾ, ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਭਲਾ, ਇਹਦੇ ਵਿੱਚ ਤੁਸੀਂ ਦੇਖੋ ਉਹੀ ਨਵਜੋਤ ਸਿੰਘ ਸਿੱਧੂ ਜਿਹੜਾ ਇਹ ਸੱਦਾ ਦਿੰਦਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਲ ਕੇ ਕੇਂਦਰ ਦੇ ਖਿਲਾਫ ਲੜਨਾ ਚਾਹੀਦਾ, ਜਿਹੜੇ ਸਾਡੇ ਰਾਜਾਂ ਤੋਂ ਹੱਕ ਖੋਏ ਨੇ। ਉਹੀ ਨਵਜੋਤ ਸਿੰਘ ਸਿੱਧੂ ਆ ਜਦੋਂ GST ਲਾਇਆ, ਜਦੋਂ ਗੋਗੇ ਗਾਉਂਦਾ ਸੀ ਮਨਪ੍ਰੀਤ ਬਾਦਲ ਵੀ ਪੰਜਾਬ ਦੇ ਤਾਂ ਬਾਰੇ ਨਿਆਰੇ ਹੋ ਜਾਣਗੇ। ਉਹੀ ਨਵਜੋਤ ਸਿੰਘ ਸਿੱਧੂ ਆ ਕਹਿੰਦਾ ਜੀ ਉਹ ਭਿਖਾਰੀ ਬਣ ਜਾਣਗੇ ਸੂਬੇ, ਕਾਂਗਰਸ 'ਚ ਰਹਿੰਦੇ ਹੋਏ, ਵਿੱਚ ਰਹਿੰਦੇ ਹੋਏ ਬੋਲਦਾ ਸੀ। ਤੇ ਗੱਲ ਕਿਹਦੀ ਸਹੀ ਨਿਕਲੀ ਜੀ, ਕਿਹਦੀ ਸਹੀ ਸਾਬਤ ਹੋਈ ਜੀ? ਇਸ ਕਰਕੇ ਬੰਦਿਆਂ ਦੇ ਵਿਰੋਧ ਤੋਂ ਹਟੋ, ਵਿਚਾਰਾਂ ਦੇ ਲੜ ਲੱਗੋ। ਪੰਜਾਬ ਨੂੰ ਬਦਲਵੇਂ ਵਿਚਾਰ ਦੀ ਲੋੜ ਆ, ਬਦਲਵੇਂ ਏਜੰਡੇ ਦੀ ਲੋੜ ਆ, ਬਦਲਵੇਂ ਸਿਆਸਤ ਦੀ ਲੋੜ ਆ, ਬਦਲਵੇਂ ਬਿਹਾਰ ਦੀ ਵੀ ਲੋੜ ਆ। ਬਿਹਾਰ ਵੀ ਬਦਲਣਾ ਪਊ। ਇਸ ਕਰਕੇ ਤਬਦੀਲੀ ਦਾ ਦੌਰ ਆ। ਇਹ ਸਥਾਪਤੀ ਦੀਆਂ ਪੈਰੋਕਾਰ ਤਾਕਤਾਂ ਨੇ ਜਿਹੜੀਆਂ, ਇਹਨਾਂ ਨੂੰ ਵਾਚੋ। ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀਆਂ ਸਾਰੀਆਂ ਗੱਲਾਂ ਗਲਤ ਹੋਣਗੀਆਂ ਜਾਂ ਸਿੱਧੂ 'ਚ ਕੋਈ ਗਲਤੀਆਂ ਨਹੀਂ ਹੋਣਗੀਆਂ। ਉਹ ਸੁਧਾਰ ਆ, ਬਦਲਾਅ,
ਟ੍ਰਾਂਜੀਸ਼ਨ ਪੀਰੀਅਡ ਆ, ਇੱਕ ਤਬਦੀਲੀ ਦਾ ਦੌਰ ਆ। ਇਸ ਪੱਖੋਂ ਦੇਖੋਗੇ ਜੇ ਤੁਸੀਂ, ਫਿਰ ਤੁਸੀਂ ਰੋਸ਼ਨੀ ਦੀ ਕੋਈ ਕਿਰਨ ਆ ਜਿਹੜੀ ਹਨੇਰੀ ਰਾਤ 'ਚ, ਉਹਨੂੰ ਪਛਾਣ ਵੀ ਸਕੋਗੇ, ਉਹਦੀ ਮਦਦ ਵੀ ਕਰ ਸਕੋਗੇ, ਉਹਦੇ ਨਾਲ ਜੁੜ ਵੀ ਸਕੋਗੇ। ਉਹ ਕਿਸਾਨ ਅੰਦੋਲਨ 'ਚ ਹੋਵੇ, ਉਹ ਆਪ 'ਚ ਹੋਵੇ, ਅਕਾਲੀ ਦਲ 'ਚ ਹੋਵੇ, ਕਾਂਗਰਸ 'ਚ ਹੋਵੇ, ਇਹ ਜਿੱਥੇ ਵੀ ਰੋਸ਼ਨੀ ਦੀ ਕਿਰਨ ਚੰਗੀ। ਮੈਂ ਕਹਿੰਦਾ ਇੱਕ ਵਾਰ ਸਵਾਲ ਪੁੱਛਿਆ ਸਿੱਧੂ ਨੂੰ ਵੀ ਉਹ ਸੁਖਬੀਰ ਬਾਦਲ ਨੇ ਤਾਂ ਕਹਿਤਾ ਜੀ ਫਲਾਂ ਸਬਜ਼ੀਆਂ ਦੀ MSP ਲਾਗੂ ਕਰਨ ਦੀ, ਕਹਿੰਦਾ ਮੈਂ ਉਹਦੇ ਬਿਆਨ ਦਾ ਸਵਾਗਤ ਕਰਦਾ, ਪਰ ਇਹ ਲਾਗੂ ਕਿਵੇਂ ਹੋਊ? ਕੋਲਡ ਚੇਨ ਤੋਂ ਬਿਨਾਂ ਕੰਮ ਲਾਗੂ ਹੋਊ, ਇਦੋਂ ਬਿਨਾਂ ਕੰਮ ਲਾਗੂ ਹੋਊ, ਉਹਦੇ ਖਾਤਰ ਪੈਸੇ ਕਿੱਥੋਂ ਆਉਣਗੇ? ਸੋ ਸਿੱਧੂ ਸਵਾਲ ਸਹੀ ਉਠਾ ਰਿਹਾ, ਜਾਇਜ਼ ਉਠਾ ਰਿਹਾ। ਸਵਾਲਾਂ ਤੇ ਫੋਕਸ ਕਰਨਾ ਚਾਹੀਦਾ। ਤਰੀਕਾਕਾਰ ਵੀ ਠੀਕ ਚਾਹੀਦਾ, ਪਰ ਤਰੀਕਾਕਾਰ 'ਚ ਮਾੜੇ ਮੋਟੇ ਅੰਦਾਜ਼ 'ਚ ਫਰਕ ਪੈ ਜਾਣ ਜਦੋਂ, ਉਦੋਂ ਝੱਲਣੇ ਪੈਂਦੇ ਹੁੰਦੇ ਆ, ਝੱਲਣੇ ਚਾਹੀਦੇ ਆ। ਸਾਨੂੰ ਵੀ ਐ ਸੋਚਣਾ ਚਾਹੀਦਾ। ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਹੈ, ਅਕਾਲੀ ਦਲ ਉਹਨਾਂ ਦੀ ਸਥਿਤੀ ਕਿਵੇਂ ਵੇਖਦੇ ਹੈਗੇ ਹੋ, ਜਿੱਥੇ 88 ਕੁ ਉਮੀਦਵਾਰ ਜਿਹੜੇ ਨੇ ਉਹ ਸੁਖਬੀਰ ਬਾਦਲ ਹੁਣ ਤੱਕ ਐਲਾਨ ਚੁੱਕੇ ਹੈਗੇ ਨੇ? ਕੀ ਸਥਿਤੀ 22 ਦੇ ਵਿੱਚ ਅਕਾਲੀ ਦਲ ਦੀ ਤੁਹਾਨੂੰ ਨਜ਼ਰ ਆ ਰਹੀ ਹੈ? ਦੇਖੋ 22 ਦੇ ਵਿੱਚ ਸਥਿਤੀ ਕੀ ਹੋਊ ਅੱਜ ਇਹਦਾ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਆ, ਪਰ ਇੱਕ ਗੱਲ ਬਹੁਤ ਕਹੀ ਜਾ ਸਕਦੀ ਆ, ਵੱਡੀਆਂ ਤਬਦੀਲੀਆਂ ਹੋਣਗੀਆਂ। ਜਾਂ ਬਦਲਣਗੇ ਆਪਦੇ ਆਪ ਨੂੰ ਜਾਂ ਬਦਲੇ ਜਾਣਗੇ। ਅਕਾਲੀ ਦਲ ਆ ਜਿਹੜੀ, ਉਹ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣੀ, ਪੰਜਾਬੀ ਪਾਰਟੀ ਤੋਂ ਰਾਸ਼ਟਰਵਾਦੀ ਪਾਰਟੀ ਬਣ ਗਈ। ਜਿੰਨਾ ਫੈਡਰਲ ਢਾਂਚੇ ਨੂੰ ਕਾਂਗਰਸ ਵੀ ਰੋਲਦੀ ਆਈ ਆ 70 ਸਾਲਾਂ ਤੋਂ, ਕਿਉਂਕਿ ਭਾਰਤ ਦੇ ਵਿੱਚ ਫੈਡਰਲ ਢਾਂਚਾ ਤੇ ਜਮਹੂਰੀਅਤ ਦੋ ਸਕੀਆਂ ਭੈਣਾਂ ਨੇ, ਜੁੜਮੀਆਂ ਭੈਣਾਂ ਨੇ। ਜਿੰਨਾ ਤੁਸੀਂ ਫੈਡਰਲ ਢਾਂਚੇ ਨੂੰ ਖਤਮ ਕਰੋਗੇ, ਉਹਨਾਂ ਤਾਨਾਸ਼ਾਹੀ ਆਉਂਦੀ ਜਾਊ। ਭਾਰਤ 'ਚ ਇਹੀ ਹੁੰਦਾ ਰਿਹਾ। ਜਿੰਨਾ ਤੁਸੀਂ ਦੂਜਾ ਭਾਰਤੀ ਰਾਸ਼ਟਰਵਾਦ ਆ, ਇਹ ਬੱਚੇ ਖਾਣੀ ਸੱਪਣੀ ਆ। ਇਹ ਆਪਦੇ ਵਿੱਚੋਂ ਇੱਕ ਦੁਸ਼ਮਣ ਖੜਾ ਕਰਦੀ ਹੈ ਜਾਲੀ, ਚਾਹੇ ਸਿੱਖਾਂ ਨੂੰ ਖੜਾ ਕਰ ਲਓ, ਫਿਰ ਮੁਸਲਮਾਨਾਂ ਨੂੰ ਖੜਾ ਕਰ ਲਓ, ਕਾਮਰੇਡਾਂ ਨੂੰ ਖੜਾ ਕਰ ਲਓ, ਚੀਨ ਨਾਲ ਸੰਬੰਧ ਜੋੜ ਦਿਓ, ਪਾਕਿਸਤਾਨ ਨਾਲ ਸੰਬੰਧ ਜੋੜ ਦਿਓ, ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਕਰਾਰ ਦੇ ਦਿਓ। ਫਿਰ ਇਹ ਹਿੰਦੂਵਾਦ ਨੂੰ ਉਭਾਰਦੀ ਆ ਵੀ ਆਹ ਦੇਖੋ ਦੇਸ਼ ਦੇ ਦੁਸ਼ਮਣ ਨੇ। ਫਿਰ ਇਹਦੇ ਵਿੱਚ ਜਾਨ ਪੈਂਦੀ ਆ। ਅਸਲ 'ਚ ਸਾਨੂੰ ਇਹ ਪ੍ਰਵਚਨ ਨੇ ਜਿਹੜੇ ਨਾ ਜੀ, ਇਹਨਾਂ ਨੂੰ ਬਦਲਣਾ ਪੈਣਾ। ਸਾਨੂੰ ਨਵੇਂ ਤਰੀਕੇ ਨਾਲ ਸਾਰੀਆਂ ਗੱਲਾਂ ਨੂੰ ਸੋਚਣਾ ਪੈਣਾ। ਅਕਾਲੀ ਦਲ ਉਹ ਅਕਾਲੀ ਦਲ ਆ ਜਿਹਨੇ ਇੱਕ ਰਾਜ ਦੀ ਹੋਂਦ ਮਿਟਾਉਣ ਦੀ ਹਮਾਇਤ ਕੀਤੀ, ਜਿਹਨੇ ਇੱਕ ਰਾਜ ਦੀ ਹੋਂਦ ਮਿਟਾਉਣ ਦੀ ਹਮਾਇਤ ਕੀਤੀ, GST ਦੀ ਕੀਤੀ, ਖੇਤੀ ਬਿੱਲਾਂ ਦੀ ਕੀਤੀ। ਇਹ ਐਂ ਥੋੜਾ ਸਬੱਬੀ ਹੋ ਗਿਆ ਵੀ ਪਤਾ ਨਹੀਂ ਲੱਗਿਆ ਸੀ। ਇਹ ਉਹ ਤੇ ਚੜੇ ਹੋਏ ਸੀ। ਇਹ ਤਾਂ ਜਦੋਂ ਪੈਰਾਂ ਹੇਠ ਅੱਗ ਬਲ ਗਈ ਪੰਜਾਬ 'ਚ, ਫਿਰ ਲਗਭਗ ਸਮਝੌਤੇ ਨਾਲੇ ਅੱਡ ਹੋਏ ਨੇ। ਭਾਜਪਾ ਨਾਲ ਕੋਈ ਬਾਹਲਾ ਰੌਲਾ ਨਹੀਂ ਹੈ ਇਹਨਾਂ ਦਾ ਹੋਣਾ। ਆਉਣ ਵਾਲੇ ਸਮੇਂ 'ਚ ਵੀ ਇਹ ਇਕੱਠੇ ਹੋ ਸਕਦੇ ਆ, ਕਿਉਂਕਿ ਵਿਚਾਰਧਾਰਕ ਤੇ ਸਿਆਸੀ ਤੌਰ ਤੇ ਤਾਂ ਉਦੋਂ ਅੱਡ ਹੈ ਹੀ ਨਹੀਂ ਇਹ ਕਿਸੇ ਤਰ੍ਹਾਂ ਦਾ। ਇਹ ਤਾਂ ਵੋਟਾਂ ਦੀ ਪੋਲਿਟਿਕਸ ਤੋਂ ਅੱਡ ਹੋਏ ਨੇ। ਤੁਸੀਂ ਹੈਰਾਨ ਹੋਵੋਗੇ, ਜਿਹੜੀਆਂ ਸਾਰੀ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਕਿਸਾਨ ਬਿੱਲ ਨੇ ਜਿਹੜੇ ਰੱਦ ਹੋਣੇ ਚਾਹੀਦੇ ਨੇ ਜੀ। ਕਿਉਂ? ਕਿਸਾਨਾਂ ਨੂੰ ਪਸੰਦ ਨਹੀਂ। ਤੁਸੀਂ ਕਿਉਂ ਨਹੀਂ ਕਹਿੰਦੇ ਬਿੱਲ ਠੀਕ ਨੇ ਜਾਂ ਗਲਤ ਨੇ? ਕਿਸਾਨਾਂ ਦੀ ਗੱਲ ਛੱਡੋ, ਸਾਰੀਆਂ ਪਾਰਟੀਆਂ ਨਹੀਂ ਪੋਜੀਸ਼ਨ ਲੈਂਦੀਆਂ ਵੀ ਇਹ ਸੰਵਿਧਾਨ ਵਿਰੋਧੀ ਬਿੱਲ ਨੇ, ਫੈਡਰਲ ਵਿਰੋਧੀ ਬਿੱਲ ਨੇ, ਰਾਜਾਂ ਦੇ ਹੱਕਾਂ ਤੇ ਹਮਲਾ ਨੇ। ਨਵਜੋਤ ਸਿੰਘ ਸਿੱਧੂ ਲੈਂਦਾ ਡਟ ਕੇ ਪੋਜੀਸ਼ਨ, ਸ਼ਾਇਦ ਇੱਕ ਅੱਧੇ ਹੋਰ ਵੀ ਪੋਜੀਸ਼ਨ ਲੈਂਦੇ ਆ। ਸੋ ਜਿਹੜੀ ਉਹਨੇ ਪਹਿਲਾਂ ਵੀ ਕਿਹਾ ਆਓ ਫੈਡਰਲ ਆਪਦੇ ਹੱਕਾਂ। ਸਿੱਖਿਆ ਦਾ ਕਿੱਡਾ ਰੌਲਾ ਪੈਂਦਾ, ਪੰਜਾਬੀ ਬੋਲੀ ਦਾ ਕਿੰਨਾ ਰੌਲਾ ਪੈਂਦਾ। ਇਹ ਤਾਂ ਸਿਆਪਾ ਸਿੜਿਆ 1976 'ਚ ਕਾਂਗਰਸ ਨੇ ਸਿੱਖਿਆ ਸਾਤੋਂ ਖੋਹ ਕੇ ਸਾਂਝੀ ਸੂਚੀ 'ਚ ਸ਼ਾਮਲ ਕਰ ਲਈ। ਹੁਣ ਕੇਂਦਰ ਦੀ ਸਿੱਖਿਆ ਨੀਤੀ ਹੈ ਜੀ, ਕੇਂਦਰ ਸਿਲੇਬਸ ਤੈਅ ਕਰਦਾ, ਕੇਂਦਰ ਭਾਸ਼ਾਵਾਂ ਦਾ ਰੁਤਬਾ ਤੈਅ ਕਰਦਾ। ਹਿੰਦੀ ਬੋਲੀ ਕੋਈ ਰਾਸ਼ਟਰੀ ਭਾਸ਼ਾ ਨਹੀਂ, ਜਿੰਨੀਆਂ ਜੋ ਦੂਜੀਆਂ ਭਾਸ਼ਾਵਾਂ ਨੇ ਉਹੀ ਜੀ ਹਿੰਦੀ ਬੋਲੀ ਆ। ਹੌਲੀ ਹੌਲੀ ਚੱਕ ਕੇ ਇਹਨੂੰ ਰਾਸ਼ਟਰੀ ਭਾਸ਼ਾ ਬਣਾਈ ਜਾਂਦੇ ਨੇ। ਇਹ ਤਾਂ ਕੇਂਦਰ ਸਰਕਾਰ ਨਾਲ ਅੰਗਰੇਜ਼ੀ ਦੇ ਨਾਲ ਖਤੋ ਖਤਾਬਤ ਕਰਨ ਲਈ ਰਾਜਾਂ ਦੀ ਇੱਕ ਭਾਸ਼ਾ। ਸੋ ਇਸ ਕਰਕੇ ਇਹ ਵੱਧ ਅਧਿਕਾਰਾਂ ਵਾਲੀ ਜਿਹੜੀ ਗੱਲ ਆ, ਸਾਰੀਆਂ ਸਮੱਸਿਆਵਾਂ ਉਹ ਤੋਂ ਉਪਜੀਆਂ ਨੇ। ਉਧਰਲੇ ਪਾਸੇ ਫੈਡਰਲ ਸਿਆਸਤ ਵੱਲ, ਜਮਹੂਰੀ ਸਿਆਸਤ ਵੱਲ, ਡੈਮੋਕ੍ਰੇਟਿਕ ਢੰਗ ਤਰੀਕਿਆਂ ਵੱਲ ਸਾਨੂੰ ਮੁੜਨਾ ਪੈਣਾ। ਅਕਾਲੀ ਦਲ ਉੱਥੋਂ ਪੁੱਠਾ ਤਾਂ ਮੁੜਿਆ ਆ, ਪਰ ਸਾਹ ਇਹਦਾ ਅੱਜ ਵੀ ਉੱਥੇ ਹੀ ਚੱਲਦਾ। ਅੱਜ ਵੀ ਤੁਸੀਂ ਦੇਖੋ, ਇਹ ਮੁੱਦਿਆਂ ਤੇ ਨਹੀਂ ਬੋਲਦਾ। ਵਿਧਾਨ ਸਭਾ 'ਚ ਦੇਖ ਲਓ, ਮੁੱਦਿਆਂ ਤੇ ਨਹੀਂ ਬੋਲਦਾ। ਉਹਨੇ ਤੂੰ ਉਦੋਂ ਐਂ ਕੀਤਾ, ਸਿੱਧੂ ਨੇ ਉਦੋਂ ਐਂ ਕੀਤਾ, ਫਲਾਣੇ ਨੇ ਉਦੋਂ ਐਂ ਕੀਤਾ, ਜਿਹਨੇ ਜੋ ਮਰਜ਼ੀ ਕੀਤਾ। ਅੱਜ ਆਹ ਕਰਨ ਦੀ ਲੋੜ ਆ। ਇਹਦੇ ਬਾਰੇ ਦੱਸੋ ਤੁਹਾਡੀ ਕੀ ਪੋਜੀਸ਼ਨ ਆ? ਨਵਜੋਤ ਸਿੰਘ ਸਿੱਧੂ ਦੇ ਮੁੱਦਿਆਂ ਬਾਰੇ ਕਿਹੜੀ ਪਾਰਟੀ ਬੋਲਦੀ ਹੈ ਜੀ? ਮੈਨੂੰ ਐਂ ਦੱਸੋ। ਸਿਰਫ ਇਹੀ ਆ, ਉਹ ਜੀ ਉਹ ਦੇਖੋ ਜੀ, ਲੈ ਹੁਣ ਤਾਂ ਚੰਨੀ ਨਾਲ ਪੈ ਗਿਆ, ਉਹ ਦੇਖੋ ਜੀ ਹੁਣ ਉਹਦੇ ਨਾਲ ਪੈ ਗਿਆ। ਉਹ ਤਾਂ ਪਊ ਜੀ, ਜਿੱਥੇ ਉਹਦੇ ਮੁੱਦਿਆਂ ਦੇ ਖਿਲਾਫ ਗੱਲ ਜਾਂਦੀ ਆ, ਉਹਦੀ ਮਜਾਇਲ ਤਾਂ ਉੱਥੇ ਨਿਸ਼ਾਨਾ ਲਾਊ, ਚਾਹੇ ਉਹ ਚੰਨੀ ਹੋਵੇ ਚਾਹੇ ਕੋਈ ਹੋਰ ਹੋਵੇ। ਇਹ ਦੇਖਦੇ ਹੁਣ ਮੈਨੂੰ ਇਹ ਲੱਗਦਾ ਅੱਜ ਜੇ ਸਿੱਧੂ ਦੀ ਸਿਆਸਤ ਆ, ਜੇ ਉਹਦਾ ਕੋਈ ਨੁਕਸਾਨ ਸਿੱਧੂ ਦੀ ਕਿਸੇ ਗਲਤੀ ਕਰਕੇ ਹੁੰਦਾ, ਜਾਂ ਕਾਂਗਰਸੀਆਂ ਦੀ ਕਿਸੇ ਗਲਤੀ ਕਰਕੇ ਹੁੰਦਾ, ਜਾਂ ਉਹਨਾਂ ਦੀ ਵਿਰੋਧੀਆਂ ਦੀ ਕਿਸੇ ਗਲਤੀ ਕਰਕੇ ਹੁੰਦਾ, ਉਹ ਪੰਜਾਬ ਦਾ ਨੁਕਸਾਨ ਆ। ਸਿੱਧੂ ਅੱਜ ਪੰਜਾਬ ਦੀ ਰੋਂਦੀ ਕਰਲਾਉਂਦੀ ਲੁੱਟੀ ਪੁੱਟੀ ਉਜੜੀ ਆਤਮਾ ਨੂੰ ਆਵਾਜ਼ ਦੇ ਰਿਹਾ
ਕਿੰਨੀ ਕੁ ਸਹੀ ਦੇ ਰਿਹਾ, ਕਿੰਨੀ ਕੁ ਹੋਰ ਵਧੀਆ ਕਰਨ ਦੀ ਲੋੜ ਆ, ਇਸ ਪਾਸੇ ਸੋਚਣ ਦੀ ਲੋੜ ਆ। ਆਖਿਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਭਵਿੱਖ ਕੀ ਨਜ਼ਰ ਆ ਰਿਹਾ ਹੈ? ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਅਜੇ ਇੰਤਜ਼ਾਰ ਕਿਸਾਨੀ ਮੁੱਦੇ ਦਾ ਹੀ ਕਰ ਰਹੇ ਨੇ। ਕਿਸਾਨੀ ਮੁੱਦਿਆਂ ਨੂੰ ਕਹਿੰਦੇ ਹੱਲ ਕਰਾ ਕੇ ਬੀਜੇਪੀ ਦੇ ਨਾਲ ਸੀਟ ਸ਼ੇਅਰਿੰਗ ਹੋਊਗੀ, ਔਰ ਦੂਸਰੇ ਪਾਸੇ ਬੀਜੇਪੀ ਕਹਿ ਚੁੱਕੀ ਹੈ ਕਿ ਅਸੀਂ 117 ਸੀਟਾਂ ਦੇ ਉੱਤੇ ਲੜਾਂਗੇ। ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਵੀ ਜਾਂਦੇ ਨੇ, ਉੱਥੇ ਵੀ ਸਮਾਂ ਮਿਲਦਾ ਨਹੀਂ ਮੁਲਾਕਾਤ ਦਾ। ਕੀ ਭਾਜਪਾ ਵੀ ਸਮਝ ਚੁੱਕੀ ਹੈ ਕਿ ਕੈਪਟਨ ਦੇ ਹੁਣ ਪੱਲੇ ਕੁਝ ਨਹੀਂ ਬਚਿਆ? ਬਿਲਕੁਲ ਜੀ, ਕੈਪਟਨ ਦੇ ਪੱਲੇ ਕੁਝ ਨਹੀਂ ਬਚਿਆ। ਕੈਪਟਨ ਇੱਕ ਮੌਕੇ ਇਹ ਸੀ ਜਦੋਂ ਮਤਲਬ ਉਹ ਸਮਾਜ ਉਹਨੂੰ ਹੁੰਗਾਰਾ ਦਿੰਦਾ ਸੀ, ਉਹਨੇ ਕਾਂਗਰਸ ਹਾਈ ਕਮਾਂਡ ਗੋਡੇ ਦਮ ਕਰ ਲਈ ਸੀ, ਧੱਕੇ ਨਾਲ ਪ੍ਰਧਾਨ ਬਣਿਆ ਸੀ ਤੇ ਧੱਕੇ ਨਾਲ ਮੁੱਖ ਮੰਤਰੀ ਦਾ ਜ਼ੋਰ ਨਾਲ ਐਲਾਨ ਕਰਾਇਆ ਸੀ। ਕੈਪਟਨ ਦੇ ਪੱਲੇ ਹੁਣ ਕੁਛ ਹੈ ਨਹੀਂ। ਜਦੋਂ ਤੱਕ ਇਹ ਕਾਂਗਰਸ ਦੇ ਵਿੱਚ ਸੀ, ਅੱਡ ਕਰ ਲਿਆ, ਜੁੜਿਆ ਉਹਦੇ ਨਾਲ। ਉਹੀ ਕੈਪਟਨ ਕਹਿ ਰਿਹਾ ਜਿਹਨੂੰ ਸਾਰਾ ਦੇਸ਼ ਕਹਿ ਰਿਹਾ ਵੀ ਅਸੀਂ ਚਿਮਟੇ ਨਾਲ ਨਹੀਂ ਛੋਹਣਾ। ਪੰਜਾਬ ਤਾਂ ਸਭ ਤੋਂ ਮੂਹਰੇ ਆ ਨਾ ਜੀ, ਉਹ ਭਾਜਪਾ ਨਾਲ ਰਲ ਕੇ ਤੇ ਸਿਆਸਤ ਕਰਨ ਨੂੰ ਫਿਰਦਾ। ਉਹਦੇ ਪੱਲੇ ਕੀ ਪੈਣਾ ਜੀ? ਕੋਈ ਪੱਲੇ ਨਹੀਂ ਪੈਣਾ। ਉਹ ਤਾਂ ਬੁਝ ਰਿਹਾ ਦੀਵਾ ਹੁੰਦਾ ਨਾ ਜਿਹੜਾ, ਉਹਦੀ ਫੜਫੜਾਹਟ ਆ। ਇਹਦਾ ਭਵਿੱਖ ਪੰਜਾਬ 'ਚੋਂ ਖਤਮ ਆ ਕੈਪਟਨ ਦਾ, ਮੇਰੇ ਹਿਸਾਬ ਨਾਲ। ਬਹੁਤ ਧੰਨਵਾਦ ਮਾਲੀ ਸਾਹਿਬ ਗੱਲਬਾਤ ਦੇ ਲਈ। ਤਾਂ ਮਾਲਵਿੰਦਰ ਸਿੰਘ ਮਾਲੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਚੱਲ ਰਹੀ ਸਿਆਸਤ ਦੇ ਉੱਤੇ ਇਹਨਾਂ ਨਾਲ ਚਰਚਾ ਕੀਤੀ ਔਰ ਬੜੇ ਖੁੱਲ੍ਹ ਕੇ ਇਹਨਾਂ ਨੇ ਵਿਚਾਰ ਸਾਂਝੇ ਕੀਤੇ ਨੇ। ਤੇ ਹੁਣ ਦੇਖਣਾ ਹੋਊਗਾ ਕਿ ਇਹਨਾਂ ਵਿਚਾਰਾਂ ਦੇ ਵਿੱਚੋਂ ਲੋਕ ਕਿਹੜੇ ਵਿਚਾਰ ਨੂੰ ਪਸੰਦ ਕਰਦੇ ਨੇ, ਲੋਕ ਕਿਹੜੀ ਪਾਰਟੀ ਨੂੰ ਚੁਣਦੇ ਨੇ, ਕਿਹੜੇ ਲੀਡਰ ਨੂੰ ਚੁਣਦੇ ਨੇ, ਔਰ ਬਾਈ ਦੇ ਵਿੱਚ ਕੌਣ ਪੰਜਾਬ ਦਾ ਮੁੱਖ ਮੰਤਰੀ ਹੋਊਗਾ, ਕਿਹਦੀ ਸਰਕਾਰ ਹੋਊਗੀ, ਇਹ ਵੇਖਣ ਵਾਲੀ ਗੱਲ ਰਹੂਗੀ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।